समय दे विच जे पूरी तरह ध्यान देईए तो सानू एक दूजे दे औगण वेखण नूं बहुत जी करदा है। ਉਹਦੇ ਔਗਣ ਜਿਹੜੇ ਨੇ ਉਹ ਬਾਹਰ ਦੱਸੇ ਜਾਣ ਤੇ ਆਪਣੇ ਛੁਪਾਏ ਜਾਣ, ਇਸ ਗੱਲ ਵਾਸਤੇ ਮਨ ਬਹੁਤ ਦੌੜਦਾ ਹੈ। ਦੂਸਰੀ ਚੀਜ਼ ਇਹ ਹੈ ਕਿ ਜਦੋਂ ਕਿਤੇ ਪੈਸਿਆਂ ਦੀ ਮਾਇਆ ਦੀ ਗੱਲ ਹੋਵੇ ਮਨ ਬਹੁਤ ਪਕੜ ਕਰਦਾ, ਜਿੱਥੇ ਧਰਮ ਦੀ ਗੱਲ ਹੋਵੇ ਉੱਥੇ ਸੁਣਨ ਨੂੰ ਜੀ ਨਹੀਂ ਕਰਦਾ। ਗਾਜਰਾਂ ਮੂਲੀਆਂ ਬੜੇ ਖਾਂਦੇ ਨੇ, ਘਿਓ ਪਿਆਉਣ ਲੱਗੀ ਨਾ ਕਿਸੇ ਨੂੰ ਤੇ ਉਹਨੂੰ ਧੁਣਤਣੀ ਆਉਣ ਲੱਗ ਪੈਂਦੀ ਹੈ, ਪਰ ਜਿਹੜੇ ਮਿਹਨਤ ਕਰਦੇ ਨੇ ਕਸਰਤ ਕਰਦੇ ਨੇ ਉਹ ਸਿਰ ਪੱਕਾ ਵੀ ਪੀ ਜਾਂਦੇ ਨੇ ਬਹਿ ਕੇ। ਉਹਨਾਂ ਦਾ ਉਹ ਦੂਸਰੇ ਆਦਮੀ ਗਾਜਰਾਂ ਮੂਲੀਆਂ ਵਾਲੇ ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਸਾਡਾ ਨਾਮਧਾਰੀ ਹੈ, ਅਸੀਂ ਇੱਕ ਧਰਮ ਸੰਸਥਾ ਵਿੱਚੋਂ ਹਾਂ। ਸਾਡੇ ਵਿੱਚ ਕਿੰਨਾ ਕੁ ਧਰਮ ਹੈਗਾ ਇਹ ਅਸਾਂ ਆਪ ਆਪਣੇ ਅੰਦਰ ਵੇਖਣਾ। ਸੰਤ ਲਾਲ ਸਿੰਘ ਹੋਰੀ ਜਿਹੜੇ ਪੂਰੇ ਗੱਲਾਂ ਵਾਲੇ ਸਨ, ਉਹ ਕਈ ਵਾਰ ਇਹ ਗੱਲ ਕਰਦੇ ਸਨ, ਜੇ ਔਗਣ ਵੇਖਣੇ ਆਉਣ ਨਾ ਇਸ ਪਦਾਰਥ ਦਾ ਤਾਂ ਘਾਟਾ ਆਪਣੇ ਹੀ ਅੰਦਰ ਬੜਾ। ਹੁਣ ਇੱਥੇ ਪੰਜਾਬ ਦੇ ਵਿੱਚ ਕਣਕ ਵਧੀਆ ਮਿਲਦੀ ਹੈ ਤੇ ਵਲੈਤੋਂ ਆਦਮੀ ਖਰੀਦਣ ਚਲਾ ਜਾਏ, ਉਹਨੂੰ ਕੌਣ ਅਕਲਮੰਦ ਆਖੇਗਾ। ਇਸੇ ਤਰ੍ਹਾਂ ਹੀ ਇਸ ਪਦਾਰਥ ਦਾ ਤਾਂ ਸਾਡੇ ਅੰਦਰ ਹੀ ਘਾਟਾ ਨਹੀਂ, ਤੇ ਫਿਰ ਅਸੀਂ ਬਾਹਰੋਂ ਕਿਉਂ ਇੰਪੋਰਟ ਪਰਮਿਟ ਬਣਵਾ ਕੇ ਤੇ ਕਈ ਕੁਝ ਕਰਨ ਵਾਸਤੇ ਜਾਈਏ। ਕਿਸੇ ਦੇ ਕਰਨੇ ਹੋਣ ਤੇ ਉਹ ਗੁਣ ਪ੍ਰਾਪਤ ਕੀਤੇ ਜਾਣ। ਤੁਸੀਂ ਇਹ ਫਰਜ਼ ਕਰ ਲਓ ਭਈ ਸਾਡੇ ਅੰਦਰ ਗੁਣ ਹੈਗੇ ਨੇ, ਪਰ ਜਿਹੜਾ ਸਾਥੋਂ ਵਾਧੂ ਕਿਸੇ ਕੋਲ ਗੁਣ ਨੇ ਉਹ ਅਸੀਂ 5-7 ਵੀ ਲੈ ਲਈਏ ਤੇ ਉਹ ਘਾਟਾ ਤਾਂ ਨਹੀਂ, ਉਹ ਫਾਇਦੇ ਵਾਲੀ ਗੱਲ। ਇੱਥੇ ਜਦੋਂ ਆਈਏ ਤੇ ਉਦੋਂ ਇਹ ਸਿੱਖਣਾ ਚਾਹੀਦਾ ਕਿ ਸਾਡਾ ਮਨ ਜਿਹੜਾ ਉਹ ਧਰਮ ਵਾਲੇ ਪਾਸੇ ਨੂੰ ਲੱਗੇ, ਉਸ ਦੁੱਖ ਨੂੰ ਸਾਡਾ ਮੰਨਣ ਨੂੰ ਜੀ ਕਰੇ। ਜਿਹੜੀ ਰਾਮਕਲੀ ਦੀ ਵਾਰ ਸੱਤੇ ਬਲਵੰਡ ਦੀ ਵਿੱਚ ਸਤਿਗੁਰਾਂ ਨੇ ਫਰਮਾਈ ਹੈ, ਕਰਹਿ ਜੇ ਗੁਰ ਫਰਮਾਇਆ ਸਿਰ ਜੋਗ ਅਲੂਣੀ ਚੱਟੀਆ। ਜੋਗ ਰੂਪੀ ਅਲੂਣੀ ਸਿਲ ਜਿਹੜੀ ਹੈ, ਇੱਕ ਪੱਥਰ ਦੀ ਸਿਲ ਹੋਵੇ ਉਹਨੂੰ ਆਦਮੀ ਚੱਟੇ ਨਾ ਦੇ ਨਾਲੋਂ ਲੈਣਾ ਕੁਛ, ਨਾ ਉਹਦਾ ਕੋਈ ਸਵਾਦ ਆਉਣਾ, ਪਰ ਉਹ ਚੱਟਣੀ ਹੈ। ਜਿਹੜੇ ਕਿਸੇ ਥਾਂ ਨੌਕਰੀ ਕਰਨ ਜਾਂਦੇ ਨੇ ਉਹਨਾਂ ਨੂੰ ਪ੍ਰੈਸਕ੍ਰਾਈਬਡ ਫਾਰਮ ਮਿਲਦੇ ਨੇ, ਉਹ ਫਾਰਮ ਭਰ ਕੇ ਉਹਦੇ ਅਨੁਸਾਰ ਉਹ ਟੈਸਟ ਦਿੰਦੇ ਨੇ, ਫਿਰ ਉਹ ਅੱਗੇ ਜਾ ਕੇ ਉਸ ਯੋਗਤਾ ਦੇ ਅਨੁਸਾਰ ਉਹਨਾਂ ਨੂੰ ਉੱਥੇ ਜਾ ਕੇ ਨੌਕਰੀ ਮਿਲਦੀ ਹੈ। ਇੱਧਰ ਵੀ ਸਤਿਗੁਰਾਂ ਨੇ ਜੋ ਬਾਣੀ ਦੁਆਰਾ ਸਾਨੂੰ ਫਰਮਾਇਆ ਉਹ ਸਾਡੇ ਜੀਵਨ ਵਿੱਚ ਆਉਣਾ ਚਾਹੀਦਾ। ਸਿੱਖੀ ਕੋਈ ਬਾਹਰੋਂ ਲਿਆਉਣ ਵਾਲੀ ਚੀਜ਼ ਨਹੀਂ, ਮਨ ਦੀ ਭਾਵਨਾ ਦੀ ਹੈ। ਮੈਂ ਨਾਮਧਾਰੀ ਮਾਤਾ ਪਿਤਾ ਜਿਹੜੇ ਬੱਚਿਆਂ ਦੇ ਨੇ, ਬਜ਼ੁਰਗ ਨੇ ਜਿਹੜੇ ਜਿਨ੍ਹਾਂ ਨੇ ਬੱਚਿਆਂ ਨੂੰ ਵੱਡੀਆਂ ਵੱਡੀਆਂ ਡਿਗਰੀਆਂ ਕਰਵਾਈਆਂ ਨੇ, MA BA ਕਰਾਇਆ ਅਤੇ ਵਲੈਤ ਦੀ ਪੜ੍ਹਾਈ ਅਮਰੀਕਾ ਦੀ ਇੰਜੀਨੀਅਰਿੰਗ ਅਤੇ ਹੋਰ ਕਈ ਥਾਂ ਦੀ ਕਰਾਈ, ਮੈਂ ਉਹਨਾਂ ਨੂੰ ਇਹ ਪੁੱਛਾਂ ਭਈ ਉਹਨਾਂ ਬੱਚਿਆਂ ਨੂੰ ਕਿਸੇ ਨੂੰ ਪਾਠ ਵੀ ਕਰਵਾਇਆ ਕਦੇ? ਜਿਹੜਾ ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ, ਮਾਤਾ ਪਿਤਾ ਨੇ ਜਿਸ ਪਾਸੇ ਲਾ ਦਿੱਤਾ ਬੱਚੇ ਨੇ ਉਸ ਪਾਸੇ ਲੱਗ ਜਾਣਾ। ਮੈਂ ਬੱਚਿਆਂ ਨੂੰ ਵੀ ਇਹ ਅਰਜ਼ ਕਰਾਂਗਾ, ਉਹਨਾਂ ਨੂੰ ਆਖਾਂਗਾ ਭਈ ਜੇ ਮਾਤਾ ਪਿਤਾ ਨੇ ਨਹੀਂ ਵੀ ਨਾ ਲਾਇਆ, ਕਈਆਂ ਨੂੰ ਬੱਚਿਆਂ ਨੂੰ ਮਾਤਾ ਪਿਤਾ ਪੜ੍ਹਨ ਨਹੀਂ ਲਾਉਂਦੇ ਤਾਂ ਉਹ ਫਿਰ ਦੌੜ ਜਾਂਦੇ ਨੇ ਨੌਕਰੀ ਕਰਕੇ ਪੈਸੇ ਕਮਾ ਕੇ, ਕਿਤੋਂ ਵੀ ਉਹ ਪੜ੍ਹਾਈ ਆਪਣੀ ਜ਼ਰੂਰ ਕਰਦੇ ਨੇ, ਮਾਤਾ ਪਿਤਾ ਤੋਂ ਖਿਲਾਫ ਹੋ ਕੇ ਕਰਦੇ ਨੇ। ਇਸੇ ਤਰ੍ਹਾਂ ਹੀ ਬੱਚਿਆਂ ਨੂੰ ਚਾਹੀਦਾ ਜੇ ਉਹਨਾਂ ਨੇ ਆਦ ਬਾਣੀ ਦਾ ਜਾਂ ਦਸਮ ਦਾ ਪਾਠ ਨਹੀਂ ਕੀਤਾ ਤੇ ਉਹ ਮਾਤਾ ਪਿਤਾ ਨਹੀਂ ਨਾ ਕਰਾਉਣਾ ਚਾਹੁੰਦੇ, ਉਹਨਾਂ ਦੇ ਖਿਲਾਫ ਹੋ ਕੇ ਵੀ ਕਰ ਲੈਣ ਤਾਂ ਵੀ ਉਹਨਾਂ ਦੇ ਫਾਇਦੇ ਵਿੱਚ ਇਹ ਚੀਜ਼ ਰਹੇਗੀ। ਜੇ ਬੱਚੇ ਬਾਣੀ ਦਾ ਅਧਿਐਨ ਕਰਨਗੇ, ਪੜ੍ਹਨਗੇ, ਤਾਂ ਫਿਰ ਉਹਨਾਂ ਨੂੰ ਪਤਾ ਲੱਗੇਗਾ ਇਹਦੇ 'ਤੇ ਵੀ ਅਸਾਂ ਕੁਛ ਨਾ ਕੁਛ ਅਭਿਆਸ ਕਰਨਾ।
जेहा सतगुर कर जानिया तेहो जेहा सुख होए, एहो सहसा मूले नाही भाव लाए जन कोए। सतगुरु राम सिंह नूं जिस तरह का करके मन्निया जाएगा वो उस तरह का ही होके उस प्रवृत्त होएगा उस आदमी के अंदर। ये चीज़ भावना दी है। बिल्कुल इस गल में शक कोई नहीं। ये सहसा मूले नाही भाव लाए जन कोए। लोगन की चतुराई उपमा ते बैसंतर जार, कोई भला कहो भावे बुरा कहो हम तन दियो है टार। ये जो पढ़ेगा बच्चा फिर वो अभ्यास करेगा। 100-200 बच्चा पढ़ता है वो कोई एक अदा करेगा ही ना। ये होंदा इस तरह, मैनू इस तरह जापदा है जिवें बच्चे स्कूल पढ़न जाते हैं तो वो वेखते हैं भी साइंस का मजमून बड़ा औखा है, वो फिर आर्ट्स का लै लैणगे। ये अखवा लैणगे भी मैं BA किया है। आर्ट्स वाली गल नहीं आखण, वो तो आंदा ही कोई नहीं। तो फिर जो पूछेगा तो फिर ही गल करेगा ना भी आर्ट्स लिया तू कि साइंस ली है। उन्ना चिर तक BA खवाउण वास्ते वो कोई सस्ता मजमून लैके पढ़ लैणगे। जिहड़े महंगे तो औखे मजमून ने वो बड़े घट बच्चे पढ़नगे। इस तरह ही इदू औखे मजमून जिहड़े ने सिक्खी दे ने जिहड़े बहुत घट सफलता प्राप्त करते हैं इस पासे ला आके। असां ये कोशिश की है तो कर रहे हैं कि ये छोटे छोटे बच्चे जिहड़े ने इन्हां नूं बचपन तो इस तरह की सिखलाई होवे ताकि वड्डे होके ये होर जिन्ना मर्जी पढ़ जान पर गुरमत इन्हां दे अंदर जरूर रहे, क्योंकि ये बिना सरना नहीं। नजरी आवे तिस्यो मोह, सानू जिहड़ा दिसदा है ना सामने साडा मोह उहदे नाल है। जिहड़ा सानू दिसदा नहीं जिथे असां जाना है, वो जिहड़ा नहीं थां दिसदा वो इस बाणी ते इन्हां कर्मकांड दे राहीं इन्हां दे अंदर जाना है। तो तुसीं अपने बच्चों नूं सवेरे होर तुसीं गल छड्ड दिओ भई तड़के उठना ही बड़ा औखा है। जिहड़े अंग्रेजी पढ़े ने ना वो ज़्यादा प्रवृत्त हो जाते हैं इस गल भी सवेरे उठने से कुछ नहीं पिया। तो अंग्रेजी की एक कहावत पढ़ते हैं अर्ली टू बैड एंड अर्ली टू राइज। तो उन्होंने जो साड़ी गल ना मनन वो अंग्रेजी की गल आखी ही मन लैन भी वो ही आदमी ताकतवर तो बाकी गल्लां जिहड़ियां ने वो धनवान तो सारा कुछ हो जाता। सो आपो अपने घरां विच बच्चों नूं तड़के सूरजों पहले उठाया करो, सने किसी इशनान कराओ तो उन्होंने 5 मिनट 10 मिनट नाम सिमरन करा के अरदास करा के फिर स्कूले भेजा करो। इत्थे हुण अंग्रेजी माध्यम का स्कूल है, किन्ने क नामधारी ने जिन्हों ने अपने बच्चों नूं अकाडमी वालों जां साडे प्रबंधकों वालों बिना प्रेरणा देण तो अपने बच्चे दाखिल कराए ने। होर दूजे स्कूलों में तो भावें भेजते हैं पर इधर नहीं चारा करते। सो ये सतगुरां दे हुक्म अनुसार असां कोशिश करनी है। साडे च बहुत वड्डियां खामियां ने, लोकां ने साडे गुण नहीं वेखने, साडियां खामियां लोकां दे सामने दसणियां ने। सानू इस गल की कोई चिंता नहीं। जिन्नियां खामियां वो सोचते ने ना साडे बारे उदों बहुत वध ने साडे विच। असीं ये सोच के तुरना है पर सतगुरु कृपा करे तो ये सारियां खामियां कढ़ के वो सानू अपने लड़ लावे। गुरसिख मीत चला हो गुर चाली, इस शब्द विच एक तुख आउंदी है, हम अंधले अंध बिखै बिख राते किव चाला गुर चाली, सतगुरु दया करे सुख दाता हम लावा है अपना। एक बार फिर सब गज के आखो धन श्री सतगुरु प्रताप सिंह जी। इतिहास बारे बड़ा कुछ सुनिया आख्या गया, इतिहास छपे भी बड़े ने, उन्होंने 7 गलतियां भी कही हुई ने, कई ने अपनी हौमे नाल गलतियां कीतियां ने भी मेरी गल सच्ची है। जो वो गल भुल गए जो सतगुरां ने उपदेश है ना, संत जिउण सिंह संत मित सिंह उन्होंने आपस संवाद होया कि गुरु हरि सिंह वड्डा सतगुरु राम सिंह वड्डा।
ਤੇ ਉਹਨਾਂ ਨੇ ਸਾਬਤ ਕੀਤਾ ਤੇ ਸੱਚੇ ਪਾਤਸ਼ਾਹ ਨੇ ਆਖਿਆ ਵੀ ਉਹਨਾਂ ਵਿੱਚ ਇਹ ਨਹੀਂ ਸੀ ਮੇਰੀ ਗੱਲ ਉੱਤੇ ਰਹੇ, ਉਹ ਗੱਲ ਮੰਨ ਗਏ। ਉਹ ਅੱਜ ਕੱਲ੍ਹ ਇਤਿਹਾਸਕਾਰਾਂ ਵਿੱਚ ਗੱਲ ਬੜੀ ਘੱਟ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵੇਲੇ ਹੀ ਐਸੇ ਨਾਮਧਾਰੀ ਇਤਿਹਾਸਕਾਰ ਜਿਨ੍ਹਾਂ ਨੇ ਪੂਰੀ ਤਰ੍ਹਾਂ ਮਾਯੂਸੀ ਵਿਖਾਈ ਇਤਿਹਾਸ ਲਿਖਣ ਵਿੱਚ। ਫਿਰ ਸਰਦਾਰ ਨਾਹਰ ਸਿੰਘ ਨੂੰ ਲਿਆਂਦਾ ਗਿਆ। ਸਰਦਾਰ ਨਾਹਰ ਸਿੰਘ ਨੂੰ ਲਿਆਉਣ ਦਾ ਕਾਰਨ ਇਹ ਸੀ ਕਿ ਸਤਿਗੁਰਾਂ ਦੇ ਹੁਕਮ ਦੇ ਉਲਟ ਉਹ ਇਤਿਹਾਸਕਾਰ ਜਿਹੜੇ ਸਨ ਚੱਲਦੇ ਸਨ ਅਤੇ ਉਹ ਇਹ ਸਮਝਦੇ ਸਨ ਵੀ ਸਤਿਗੁਰ ਤਾਂ ਪੜ੍ਹੇ ਨਹੀਂ ਬਹੁਤੇ, ਅਸੀਂ ਬਹੁਤੇ ਪੜ੍ਹੇ ਹਾਂ ਅਤੇ ਇਹ ਗਲਤ ਨੇ। ਅਤੇ ਆਪਣੇ ਸੱਚੇ ਪਾਤਸ਼ਾਹ ਉਪਦੇਸ਼ ਵੀ ਇੱਕ ਰਿਕਾਰਡ ਹੋਇਆ ਕਿ ਉਹ ਚਿੱਠੀ ਲਿਖੀ ਅਤੇ ਉਹਦੇ 'ਚ ਮੈਨੂੰ ਉਹਨੇ ਝੂਠਾ ਸਾਬਤ ਕੀਤਾ ਅਤੇ ਆਪ ਸੱਚਾ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਦਾ ਸਿਲਸਿਲਾ ਕਾਫੀ ਚੱਲਿਆ। ਉਹਦੇ ਵਿੱਚ ਸਾਨੂੰ ਉਹ ਜਿਹੜੀ ਕੱਲ੍ਹ ਪਰਸੋਂ ਹਉਮੈ ਦੀ ਗੱਲ ਸੀ ਉਹ ਸਾਡੀ ਇਤਿਹਾਸ 'ਚੋਂ ਨਿਕਲ ਜਾਏ, ਇਤਿਹਾਸਕਾਰ ਆਪਸ ਵਿੱਚ ਮੋਢੇ ਨਾਲ ਮੋਢਾ ਲਾ ਕੇ ਗੱਲ ਕਰਨ, ਬਹੁਤ ਸੋਹਣੀ ਗੱਲ ਬਣਦੀ ਹੈ। ਸੱਚੀ ਮੁੱਚੀ ਸੰਤ ਤਰਨ ਸਿੰਘ ਉਹਨਾਂ ਨੇ ਜੋ ਮਸਾਲਾ ਇਕੱਠਾ ਕੀਤਾ ਹੈ ਉਹ ਬਹੁਤ ਵਧੀਆ, ਪਰ ਜੇ ਉਹਨਾਂ ਦਾ ਲਿਖਣ ਢੰਗ ਇਹੋ ਜਿਹਾ ਹੋਵੇ ਜਿਹੜਾ ਹਰ ਇੱਕ ਆਦਮੀ ਨੂੰ ਸਮਝ ਆਵੇ ਫਿਰ ਗੱਲ ਬਹੁਤ ਵਧੀਆ ਹੋ ਸਕਦੀ। ਭਾਵੇਂ ਉਹਦੇ 'ਚ ਕਈ ਗੱਲਾਂ ਐਸੀਆਂ ਹਨ ਜਿਹੜੇ ਸੰਤ ਨਗਰ ਦੇ ਕਈ ਬੰਦੇ ਆਂਦੇ ਨੇ ਕਿ ਆਹ ਗੱਲ ਇਸ ਤਰ੍ਹਾਂ ਨਹੀਂ ਸੀ ਹੋਈ, ਉਹ ਉਹਨਾਂ ਨੂੰ ਵੀ ਗਲਤੀ ਲੱਗ ਸਕਦੀ ਹੈ, ਕਹਿਣ ਵਾਲਿਆਂ ਨੂੰ ਵੀ, ਪਰ ਲਿਖਣ ਢੰਗ ਜਿਹੜਾ ਹੈ ਉਹ ਬਹੁਤ ਵਧੀਆ ਚਾਹੀਦਾ ਜਿਹਦੇ ਨਾਲ ਹਰ ਇੱਕ ਦੀ ਸਮਝ ਵਿੱਚ ਗੱਲ ਆ ਜਾਏ। ਇੱਥੇ ਮਠਿਆਈ ਦੀ ਗੱਲ ਵੀ ਕੀਤੀ ਗਈ ਸੀ, ਮਠਿਆਈ ਵੀ ਬਣੇ, ਸਾਰਾ ਕੁਛ ਬਣੇ। ਉਹਦੇ ਵਾਸਤੇ ਹੰਸਪਾਲ ਜੀ ਸ਼ਾਇਦ ਚਲੇ ਗਏ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਰਿਕਾਰਡ ਹੋਇਆ ਹੈ ਜਾਂ ਸਤਿਗੁਰੂ ਰਾਮ ਸਿੰਘ ਨੇ ਹੁਕਮ ਦਿੱਤਾ ਕਿ ਮਠਿਆਈ ਰੁਪਈਏ ਦੀ ਮਣ ਅਤੇ ਅੰਨ ਰੁਪਈਏ ਦਾ ਸੇਰ ਹੋਵੇ ਤਾਂ ਮੇਰਾ ਸਿੱਖ ਮਠਿਆਈ ਨਹੀਂ ਖਾਏਗਾ, ਉਹ ਅੰਨ ਖਾਏਗਾ। ਇਸ ਤਰ੍ਹਾਂ ਦਾ ਵੀ ਲਿਖਿਆ ਹੈ। ਮੇਰਾ ਮਤਲਬ ਸਿਰਫ ਇਹ ਨਹੀਂ ਮਤਲਬ ਮਠਿਆਈ ਖਾਣੀ ਨਹੀਂ, ਲੇਕਿਨ ਮਠਿਆਈ ਵੱਲ ਧਿਆਨ ਕਰਕੇ ਆਪਣੀ ਰੁਚੀ ਜਿਹੜੀ ਹੈ ਨਾ ਉਹਨੂੰ ਵਧਣ ਦਾ ਮੌਕਾ ਮਿਲਦਾ ਹੈ ਅਤੇ ਸਤਿਗੁਰਾਂ ਵਾਲੇ ਪਾਸੇ ਦੇ ਹੁਕਮ ਜਿਹੜੇ ਨੇ ਉਹਨਾਂ ਨੂੰ ਘਟਣ ਦਾ ਮੌਕਾ ਮਿਲਦਾ। ਹੁਣ ਇੱਥੋਂ ਕਿਉਂ ਮੁੰਡੇ ਸਾਡੇ ਕਦੇ ਕਟਾਣੀ ਕਦੇ ਨੀਲੋਂ ਚਲੇ ਜਾਂਦੇ, 5-4 ਦਿਨ ਨਹੀਂ ਛੱਡ ਸਕਦੇ, 40-40 ਦਿਨ ਵਰਤ ਰੱਖਦੇ ਨੇ, ਜਿਹੜੇ ਅੰਦਰਾਂ ਜੇਲ੍ਹਾਂ ਵਿੱਚ ਰਹਿੰਦੇ ਨੇ ਕਿੰਨਾ ਚਿਰ ਉਹ ਵੀ ਤਾਂ ਬਚਦੇ ਹੀ ਨੇ। ਲੇਕਿਨ ਇਹ ਜੇਲ੍ਹਾਂ ਵਿੱਚ ਰਹਿ ਕੇ ਅਤੇ ਮਜਬੂਰਨ ਬਚਣਾ ਨਹੀਂ ਤਾਂ ਇੱਥੇ ਆਪਣੇ ਆਪ ਨੂੰ ਮਨ ਨੂੰ ਕੰਟਰੋਲ ਕਰਕੇ ਇੱਥੇ ਇਹ ਸਾਹਮਣਾ ਚਾਹੀਦਾ। ਸੋ ਇਤਿਹਾਸਕਾਰਾਂ ਦਾ ਤਾਂ ਬਹੁਤ ਜ਼ਰੂਰੀ ਹੈ ਕਿ ਆਪਸ ਵਿੱਚ ਤਾਲਮੇਲ ਪੂਰਾ ਹੋਵੇ। ਸਤਿਗੁਰਾਂ ਦੇ ਉਪਦੇਸ਼ ਰਿਕਾਰਡ ਹੋਇਆ ਇੱਕ ਇਤਿਹਾਸਕਾਰ ਬਾਰੇ, ਉਹ ਹੁਣ ਮੈਥੋਂ ਦੂਰ ਚਲਾ ਗਿਆ, ਉਹਨੂੰ ਨਾਮਧਾਰੀ ਇਤਿਹਾਸ ਭੁੱਲ ਗਿਆ। ਉਸ ਗੱਲ ਨੂੰ ਸਾਰੇ ਨੂੰ ਯਾਦ ਰੱਖਣਾ ਚਾਹੀਦਾ ਇਤਿਹਾਸਕਾਰਾਂ ਨੂੰ। ਉਹ ਇਤਿਹਾਸਕਾਰ ਆਪਣੀ ਕਿਤਾਬ ਵੇਚਣ ਵਾਸਤੇ ਜਾਂ ਆਪਣੀ ਹਉਮੈ ਵਾਸਤੇ ਇਹ ਕੰਮ ਨਾ ਕਰਨ। ਮਿਲ ਕੇ ਗਲਤੀਆਂ ਹੋ ਜਾਂਦੀਆਂ ਨੇ, ਦਲੀਪ ਸਿੰਘ ਹੋਰਾਂ ਕੋਲ ਜਿਸ ਤਰ੍ਹਾਂ ਹੋ ਗਈ ਹੈ, ਸਾਹਿਬਨ ਗਲਤੀਆਂ ਵੀ ਹੋ ਜਾਂਦੀਆਂ ਨੇ ਕਈ, ਪਰ ਉਹਨੂੰ ਜਾਣ ਬੁੱਝ ਕੇ ਇੱਕ ਧੜਾ ਖੜਾ ਕਰਕੇ ਉਹ ਕੰਮ ਕਰਨਾ ਉਹ ਸਾਡੇ ਲਈ ਬਹੁਤ ਹਾਨੀਕਾਰਕ ਹੈ। ਅੱਜ ਦੇ ਇੱਕ ਅਖਬਾਰ 'ਚ ਆਇਆ ਕਿ ਸਿੱਖ ਜਥੇਬੰਦੀਆਂ ਦੀ ਫੁੱਟ ਕਾਰਨ ਸਿੱਖ ਜਗਤ ਮਾਯੂਸ ਅਤੇ ਲਾਚਾਰ। ਤੁਹਾਨੂੰ ਪਤਾ ਹੀ ਕੀ ਕੁਛ ਹੋ ਰਿਹਾ। ਉਹਨਾਂ ਤੋਂ ਅਸੀਂ ਉਹਨਾਂ ਨੂੰ ਵੀ ਵੇਖ ਕੇ ਹੱਸਦੇ ਹਾਂ, ਆਪਣੇ ਅੰਦਰ ਨਹੀਂ ਝਾਤੀ ਮਾਰਦੇ ਕਿ ਅਸੀਂ ਕਿੱਥੇ ਖਲੋਤੇ ਹਾਂ, ਸਾਡਾ ਤਾਂ ਨਹੀਂ ਕੋਈ ਧੜਾ ਬਣਦਾ। ਸੋ ਇਸ ਪਾਸੇ ਪੂਰਾ ਧਿਆਨ ਦੇਣਾ ਚਾਹੀਦਾ। ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਗਈਆਂ ਨੇ ਕਈ ਵਾਰ ਇਸ ਤਰ੍ਹਾਂ ਆਉਂਦੇ ਨੇ, ਮਜਬੂਰ ਨਹੀਂ ਕਰਨਾ ਚਾਹੀਦਾ। ਹੁਣ ਲੱਤ ਖਰਾਬ ਹੋ ਜਾਂਦੀ ਕਿਸੇ ਆਦਮੀ ਦੀ, ਉਹਨੂੰ ਡਾਕਟਰ ਭਾਰ ਬੰਨ੍ਹ ਕੇ ਅਤੇ ਉਹਦੇ ਰਿਸ਼ਤੇਦਾਰ ਵੀ ਉਹਨੂੰ ਮਜਬੂਰ ਕਰਦੇ ਨੇ ਇਹਨੂੰ ਬਾਇਸ ਬੰਨ੍ਹੀ ਰਹਿਣ ਦੇ ਇੱਥੇ। ਉਹ ਵਿਚਾਰਾ ਬੜਾ ਦੁਖੀ ਹੁੰਦਾ, ਉਹਨੂੰ ਕੋਈ ਨਹੀਂ ਉਹਦਾ ਦੁੱਖ ਪੁੱਛਦਾ, ਕਿਉਂਕਿ ਉਹਨਾਂ ਨੂੰ ਠੀਕ ਕਰਨ ਵਾਸਤੇ ਉਹ ਇਸ ਤਰ੍ਹਾਂ ਕਰਦੇ ਨੇ। ਸਾਡੇ ਵਾਸਤੇ ਜਦੋਂ ਕੋਈ ਮਰਜ਼ਾਦਾ ਦੀ ਗੱਲ ਆਵੇ ਫਿਰ ਮਜਬੂਰ ਨਹੀਂ ਕਰਨਾ ਚਾਹੀਦਾ ਕਿਸੇ ਨੂੰ। ਉਹ ਸਾਨੂੰ ਕਿਉਂ ਮਜਬੂਰ ਕਰਦੇ ਨੇ? ਅਸੀਂ ਵੀ ਤਾਂ ਮਜਬੂਰ ਹੁੰਦੇ ਨੇ। ਜਦੋਂ ਤੁਸੀਂ ਮਰਜ਼ਾਦਾ ਛੱਡ ਦਿਓ ਤਾਂ ਸਾਡੀ ਮਜਬੂਰੀ ਵੱਲ ਵੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ। ਇਹਦੇ ਵਾਸਤੇ ਲਿਖਿਆ ਜਾਣਾ, ਪੜ੍ਹਨਾ, ਆਪਸ ਵਿੱਚ ਤਾਲਮੇਲ ਰੱਖਣਾ, ਛੋਟੇ ਵੱਡੇ ਦੇ ਅਨੁਸਾਰ ਚੱਲਣਾ। ਅੱਜ ਕੱਲ੍ਹ ਸੱਚੇ ਪਾਤਸ਼ਾਹ ਉਪਦੇਸ਼ ਰਿਕਾਰਡ ਹੋਇਆ, ਛੋਟੇ ਅੱਜ ਕੱਲ੍ਹ ਚੁੱਕਦੇ ਨੇ ਤਾਂ ਨੂੰ ਆਪਣੇ ਆਪ ਨੂੰ। ਇਹ ਜੰਤਰੀ 'ਚ ਵੀ ਲਿਖਿਆ ਸੀ ਵੀ ਇਹਨਾਂ ਦਿਨਾਂ ਵਿੱਚ ਇਸ ਤਰ੍ਹਾਂ ਦਾ ਕੁਝ ਹੋਣਾ ਹੈ। ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਕਿਸ ਤਰ੍ਹਾਂ ਦੇ ਸਾਰੇ ਸਿਲਸਿਲੇ ਚੱਲਦੇ ਨੇ। ਕਿਸੇ ਨੂੰ ਕੋਈ ਪੈਸੇ ਵਾਲਾ ਜਾਂ ਇਸ ਤਰ੍ਹਾਂ ਦਾ ਵੇਖਣ ਨੂੰ ਤਿਆਰ ਨਹੀਂ। ਲੇਕਿਨ ਉਹ ਜਿਸ ਤਰ੍ਹਾਂ ਅਕਾਲ ਪੁਰਖ ਦੀ ਰਜਾ ਹੈ ਉਹ ਫਿਰ ਵੀ ਚੱਲਦੇ ਨੇ, ਮਿਟ ਨਹੀਂ ਸਕਦੀ ਕੋਈ ਵੀ ਚੀਜ਼ ਜਿਸ ਤਰ੍ਹਾਂ ਬੀ ਨਾਸ ਨਹੀਂ ਹੁੰਦਾ। ਸਭ ਤੋਂ ਵੱਡੀ ਗੱਲ ਜਿਹੜੀ ਮਹਾਰਾਜ ਜੀ ਨੇ, ਪੰਡਤ ਜੀ ਨੇ, ਜਸਵਿੰਦਰ ਸਿੰਘ ਹੋਰਾਂ ਨੇ ਆਖੀਆਂ ਨੇ ਕਿ ਇਹ ਪਾਣੀ ਦੀ ਕਿੰਨੀ ਦਿੱਕਤ ਸੀ ਅਤੇ ਉਹ ਸਿੰਘ ਪਾਣੀ ਨਹੀਂ ਸਨ ਪੀਣਾ ਆਪਣਾ ਛੱਡਦੇ। ਅੱਜ ਕੱਲ੍ਹ ਗੜਵਾ ਮਹਾਰਾਜ ਨੇ ਤਾਂ ਆਖਿਆ ਨਾ ਭਈ ਨਾਮਧਾਰੀ ਸਿੱਖ ਕਿਸੇ ਨੇ ਸਜਾਇਆ ਕਿ ਨਹੀਂ ਸਜਾਇਆ। ਇਹ ਜਿੰਨੇ ਆਏ ਨੇ ਨਾਮਧਾਰੀ ਸਿੱਖ ਸਜਾਉਣ ਵਾਲੇ ਨਹੀਂ ਆਏ, ਇਹ ਤਾਂ ਵਿਚਾਰੇ ਆਪ ਸਜਣ ਵਾਸਤੇ ਆਏ ਜਾਂ ਆਪਦੇ ਨੇ। ਜੇ ਉਸ ਤਰ੍ਹਾਂ ਪਤਾ ਕੀਤਾ ਤਾਂ ਬਹੁਤ ਸਾਰੇ ਸਿੱਖਾਂ ਨੇ
इस तरह का काम किया है। हुण भी जिहड़े दो तीन आए सी उदों पिछों होर 2 दिन उठ के आ गए ने, जे होर भी कई इत्थे नहीं होने जिहड़े होणगे जिन्हां ने काम करी जांदे ने। और वो इस वास्ते नहीं करते कि मीटिंग करनी है या कुछ करना। जिहड़े वो सिख काबल गए ते बाबा गुरचरण सिंह होरी ते वो जिन्हें सारे गए, उन्होंने किन्नियां क मीटिंगां कीतियां सन, किसी मते पास करवाए सन किसी को, फिर उन्होंने नीयत किया कि बाबा गुरचरण सिंह जावे। वो अपने आप से ही सारी गल लैके ते सारा कुछ करते सन। जिन्ना चਿਰ इस तरह ना होएगा उन्ना चਿਰ साड़ी कामयाबी नहीं हो सकती। ये धार्मिक रुचि जी है ना, उन्होंने अपने वो मैं समझदा अगे भी कई बार आख्या कि बच्चे का कसूर नहीं इन्ना जिन्ना माता पिता का ते बजुर्गों का कसूर है। जे बच्चे धार्मिक रुचि इधर मेरे वाल रखना भी चाहन ना, तो उन्होंने माता पिता जो बजुर्ग ने वो कोशिश करते हैं भी इन्होंने पढ़ाता जाए, इन्होंने आह करता जाए, मेरे नाल तोड़ने वास्ते पूरी कोशिश करते हैं। वो तां ही टुट सकते हैं जो उन्होंने ऐसा पढ़ाया जाए, ऐसा लालच दिता जाए भी तेरा आ भी काम हो जाना, तेन इन्ने पैसे आने शुरू हो जाने ने। वो फिर इस पासों साध संगत वाले पासों मुख मोड़ना शुरू कर देंगे हैं, क्योंकि उन्होंने रुचि उस तरह नहीं, रोज़ रात दिन उस तरह पढ़ना। जिस तरह तुहानूं महाराज ने दस्सिया ही कि अज जिहड़ियां तस्वीरां ने इन्हां तों, ये बड़े दुख की गल है। एक दिल्ली का एक लड़का उहदा विआह होना सी, उहनूं पुछया, बड़े चंगे परिवार का, उहनूं पुछया गया तो उहनूं अरदास नहीं सी आउंदी। उन्हें सौगुरां दे कुछ नां गिण दिते ते उहदा एक रिश्तेदार बैठा जी, हाँ जी ठीक है, अरदास इन्नी हुंदी है, ये इन्ना ही कर सकते हैं। वो फिर नाल जिहड़े बजुर्ग ने वो भी नाल इस तरह इस पासे धक्का ला देने भी थोड़ा जिहा होर गां डूंघे पानी च डिग तूं, थोड़ा जिहा इस पासे ध्यान देना चाहिए भी इन्ने साल का बच्चा जिस वे शादी वाला होंदा, किन्ने साल की उहदी उम्र हो जाती, तो उन्होंने चिर तक सगुरां दे नावां दा ही नहीं पता, अरदास का ही नहीं पता। सो जिन्हें तुसीं आए हो, जे तुसीं अपने अपने ध्यान में यही गल कर लो भी असां सारिਆਂ ने अपने जिम्मे लैके सारी गल करनी है, तो फिर काम हो सकता है। नहीं तो इस तरह ही काम कोई नहीं हो सकता भी मीटिंगां कर लियां चले गए उठ के। मैं समझना भी सगुरां ने बड़ी कृपा की है, धक्के धुके नाल जिहड़े फड़ के लिया के इत्थे नाम सिमरन लाए ने, वो फिर भी वजन मान के इस नाम सिमरन करते हैं, पर उन्हां दी अहमियत बारे कोई बाहरों चिट्ठियां जां इस तरह दियां नहीं आई। बल्ले बल्ले बड़ा काम हो रहा है। जे इत्थे कोई हस्पताल बन जाए, कोई इहो जी चीज़ बन जाए, फिर आखने बड़ा काम हो रहा। जिहड़ा एक एक बंदा हस्पताल ने अपने आप को ठीक करना, उहदे वास्ते कोई ध्यान नहीं किसी को। सतगुरु प्रताप सिंह सच्चे पातशाह के उपदेश तुसां ये संत नैण जी की कविता सुनी होगी। रचना सतगुਰਾਂ ने ऐसी रचाई है भी जिस वेले पिछली उम्र 'च आदमी आता है तो फिर उन्होंने जो अगला पासा नेड़े जापदा है, अग्गा नेड़े आया पिछा रहा दूर, फिर उन्होंने जवानी चित्ते आती है कि उस जवानी मैं आ करदा, मैं आ करदा, मैं आ करदा। हुण तो ही जिन्हों ने इस काम में हिस्सा लिया है, नौजवानों को प्रेरणा कि ठीक है भी खेडां भी खेडनियां ने, सवाल जवाब पूछने दसने, सारा कुछ करना है, पर सब कुछ करना इस वास्ते है कि असीं नाम सिमरन वाले पासे लगीए, तो साडा जीवन इत्थे भी ठीक होवे ते अगले पासे भी जाके सानूं वधिया जगह मिले। साडे बच्चिआं नूं BA MA पढ़दे बहुत वड्डे वड्डे मजमून याद करने पैंदे ने, पर सूरज प्रकाश, पंथ प्रकाश, सतगुरु बिलास आदि जिहड़े पुस्तक ने, इन्हां तो बिल्कुल वो अभिग ने। बच्चों को चाहिए जिस वे बच्चे जरा कुछ सियाने होंदे ने, वो माता पिता नूं आंदे ने मैनू दुकान वखरी पा दे, मैनू अपना फैक्ट्री वखरी ला दे, मैं अपना वखरा काम करा। पर बच्चों को चाहिए कि वो माता पिता नूं ये भी गल आखण, सानू साध संगत वाले पासों पिछां ना करो। किस तरह पिछां होंदे ने, उन्होंने विआह वेले तक जिस वे बच्चा बालग होंदा उन्होंने अरदास नहीं याद आती, तो बच्चों को अरदास नहीं याद आती, तो माता पिता आखणगे इन्ना की होंदा जी, ठीक है जो कुछ है, इस तरह आखणगे। बच्चा रोमां की बेअदबी करता है, माता पिता आखी जाणगे नहीं जी ठीक है, पर बच्चा मन जाता भी मैं गलती की है। मैं इस वास्ते तुहाथों बहुत आस रखदा कि तुसां
बहुत वड्डा साथ दिता है इस काम च। ਜਿਹੜੇ सवाल जवाब तुसां कीते कराए गए ने तुहाडे कोलों, जथेदार साहिबान नूं जे पुछया जाए तो शायद मुश्किल हो जाए उन्होंने। जथेदारां नूं मैं बेनती करांगा भी वो भी अपना इकट्ठ बना के वो सानूं आके तंग करन भी साडे कोलों भी इस तरह के सवाल जवाब पुछो पुछाओ, ताकि असीं भी अपने काम में ताक होईए। सिर्फ इसे गल च ना होवे भी जिथे गए दीवान लाया तो पैसे बोझे पाए तो चले गए। मैं संत मोहन सिंह होरां दी तुहानूं मैं गल दसां, ਜਿਹੜੇ संत मोहन सिंह होरी आम वेखण च हुण आए ने, ये नहीं वो बहुत छोटे मेरे हुंदियां चढ़ाई कर गए सन। संत मोहन सिंह होरी वडाले दे सन, वडाला जौलां दे। पंडित जी आंदे ने साडे जथेदार उत्थे जाके दीवान लाउंदे ने, जिसे वेखदे ने कट्टियां बच्चियां कोई छोटी छोटी हैन कि नहीं घर च, भाव दुੱਧ है कि नहीं उत्थे। पर उन्होंने संत मोहन सिंह होरी जिहड़े सन वो उत्थे जाके दीवान लाउंदे सन जिथे कोई नामधारी ना होवे। जे कोई भजन पुछ लिया किसी ने तो प्रशादा छक लिया, नहीं तो दाल चौल ला के अपने कोल रखे सी ते गड़वी च उही विरन के अपने गड़वे विच उही छक लेने ने। इस तरह उन्होंने सारी उम्र सेवा की है। पिछली उम्र च उन्होंने दसदे ने सिल की बीमारी कौन लघु आना शुरू हो गया सी, पर इन्नी निरिछित होके सेवा की उन्होंने। उस गल तो सिक्ख्या लेनी चाहिए। असीं वेखदे हां कि किहड़ा जथेदार बदाम बहुत लेंदा, मैनूं थोड़े मिले ने। इधर बिल्कुल नहीं तुरना चाहिए। ये गल तो आम हैगी आ, तुहानूं पता है कणक छोले जौ ये आम बहुत मिल जाते हैं, पर फल वगैरह जिहड़े ने अंगूर वगैरह वो बड़े घट मिलते हैं, उन्होंने कीमतां ज़्यादा मिलदियां ने। उन्हां वल तुसीं चाहुंदे हो। इदों ही महंगे फिर मोती हीरे वगैरह हुंदे ने, वो तुसां चुगने ने जिथे होर कोई नहीं पहुँचता उत्थे जाके। इत्थे कई महीनों तो लगातार नाम सिमरन सगुरां की कृपा नाल हुंदा है, साडी कोई वाह नहीं करन दी। उन्हां माता पिता का उन्हां बच्चों का मैं बहुत धन्नवाद करदा जिहड़े इस काम लई साथ दिंदे ने, साडे कोल इत्थे आके नाम सिमरन विच हिस्सा लैंदे ने। इत्थे बहुत जगह हैगी है नाम सिमरन वास्ते, होर भी जिहड़े होण आ सकण वो कृपा करन ते इस काम लई साथ देण। साढ़े भैणी साहब विच भी बहुत सारे बच्चे ने जिहड़े तुरे भावें फिरन पर नाम सिमरन वाले पासे नहीं लगते। माता पिता नूं भी उन्हां दा कोई इस गल का ख्याल नहीं, पढ़ाउण वाले पासे बहुत है कि एक तुख पढ़ी गई सी बच्चों की इतिहासिक या पता नहीं काहदी प्रतियोगिता विच, उहदे च उन्होंने एक तुख पढ़ी सी, जो प्राणी गोबिंद ध्यावै। उहदी अगली तुख जिहड़ी है ना वो पूछी गई सी, तो मेरा ख्याल हरपाल सिंह ने दसी सी, पढ़िया अनपढ़िया परमगत पावै। उहदे च वितकरा नहीं कि पढ़े ने परमगत पाउणी या अनपढ़ ने पाउणी है, वो दोवें पाए जाते हैं। पर जे यह गल पहली होवे तो इस वास्ते तुसीं नौजवान हो, तकड़े होके पढ़ो, बेशक विहार करो, पर नाम सिमरन तकड़े होके करो जिन्ना वध तो वध कर सकते हो। उहदे च हदबंदी नहीं होनी चाहिए। तुहाडे सिनेमा च कई मुंडे होणगे जिहड़े 2-2 शो वेख जांदे 6 घंटे। तुसीं ये हिसाब लाओ भी जिहड़े 3 घंटे का शो एक हुंदा है सिनेमे का दसदे ने, तुसीं 3 घंटे नाम सिमरन कराया करो, उहदे नाल कितना फर्क पै जाना। एक आदमी एक पासे नूं तुरदा, दूजे पासे नूं तुरदा, उहने बहुत वड्डा सफ़र तय कर लेना अपने सही पासे जाण दा। टीवी बड़े घरां च आ गए ने, उन्हां वास्ते पज बड़ा है कि रामायण वेखणी आ कुछ वेखना इस वास्ते लिया जां होर कई गल्लां करदे ने। पर ये सारियां गल्लां जिहड़ियां ने ये बिल्कुल निरार्थक ने जे नाम सिमरन नहीं किया जाता। बच्चों नूं तो बड़ा जी करदा उन्हां दा भी सानूं जिहड़ी असल विच सही दशा जिहड़ी बच्चों की खाण पीण दी, अमरीका वालियां ने वेख्या 3000 बच्चे नूं छोटे छोटे जिहड़े सन 5-5 7-7 साल दियां नूं उन्होंने बहुत वड्डा एक मकान बना के उहदे विच डेरा लवाया उन्हां दा। उहदे च एक पासे खीरे तरां ते सेब अंगूर वगैरह फल आदि सारे रख दिते, सब्जियां रख दित्तियां कच्चियां। दूजे पासे मास दियां बड़ियां चीज़ां, टॉफियां ते होर इहो जिहे स्वाद वाली चीज़ां कोके कोले वगैरह रख दिते गए। वो दसदे ने किसी बच्चे ने
ਕੋਕਾ ਕੋਲਾ ਵਗੈਰਾ ਜਾਂ ਉਹ ਜਿਹੜੀ ਮਾਸ ਦੀਆਂ ਬਣੀਆਂ ਜਾਂ ਟੌਫੀਆਂ ਸਨ ਕੋਈ ਨਹੀਂ ਖਾਧੀਆਂ, ਉਹਨਾਂ ਨੇ ਸਿਰਫ ਉਹ ਹੀ ਖਾਧੇ ਨੇ। ਮੈਨੂੰ ਹੁਣ ਪੂਰਾ ਨਹੀਂ ਪਤਾ ਵੀ ਉਹਨਾਂ ਨੇ ਕਿੰਨੇ ਮਹੀਨੇ ਦਾ ਤਜਰਬਾ ਕੀਤਾ, ਪਰ ਇੰਨਾ ਪਤਾ ਵੀ 3000 ਬੱਚੇ ਦੇ ਉਹਨਾਂ ਨੇ ਤਜਰਬਾ ਕੀਤਾ। ਮੇਰਾ ਮਤਲਬ ਇਹ ਹੈ ਕਿ ਬੱਚਾ ਜਿਹੜਾ ਹੈ ਉਹ ਸਹੀ ਦਿਸ਼ਾ ਵਿੱਚ ਜਾਂਦਾ ਹੈ, ਉਹਨੂੰ ਮਾਤਾ ਪਿਤਾ ਗਲਤ ਪਾਸੇ ਪ੍ਰੇਰਨਾ ਦੇ ਕੇ ਤੇ ਉਹਨੂੰ ਲੈ ਜਾਂਦੇ ਨੇ। ਜਿਹੜੇ ਸਗਰੂ ਵਾਲੇ ਪਾਸੇ ਲਾਉਂਦੇ ਨੇ ਉਹ ਵੀ ਮਾਤਾ ਪਿਤਾ ਧੰਨ ਨੇ। ਸੋ ਤੁਸੀਂ ਉਦਮ ਕਰੋ ਇਸ ਵਾਸਤੇ, ਮੇਰੇ ਆਖੇ ਕਰਕੇ ਭਜਨ ਬਾਣੀ ਵਾਲੇ ਪਾਸੇ ਲੱਗੋਗੇ। ਮੈਥੋਂ ਤਾਂ ਹੁੰਦਾ ਨਹੀਂ ਤਾਂ ਉਹਦਾ ਮੈਨੂੰ ਵੀ ਫਾਇਦਾ ਪਹੁੰਚ ਜਾਏਗਾ। ਮੈਂ ਇਹੀ ਅਰਜ਼ ਕਰਕੇ ਅੱਗੇ ਲਵਾਂਗਾ। ਮਨ ਵਿੱਚ ਇਕਾਗਰ ਕਰਨ ਲਈ, ਰਚਨਾ ਪਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ। ਅੱਜ ਜਿਨ੍ਹਾਂ ਦੇ ਨਿਮਿਤ ਇੱਥੇ ਭੋਗ ਪਾਇਆ ਗਿਆ ਉਹ ਸਨ ਬੁੱਧ ਰਾਮ ਜੀ। ਇਹਨਾਂ ਦੇ ਬਜ਼ੁਰਗ ਬੁੱਧ ਰਾਮ ਵੀਰ ਚੰਦ ਜਿਹੜੇ ਸਨ, ਇਹਨਾਂ ਦੇ ਬਜ਼ੁਰਗ ਇੱਥੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਬਹੁਤ ਸੇਵਾ ਕੀਤੀ ਹੈ। ਦਾਦਾ ਰਤਨਾ ਰਾਮ ਜੀ ਤੇ ਰਲਾ ਸਿੰਘ, ਇਹਨਾਂ ਦੇ ਜਿਹੜੇ ਬਜ਼ੁਰਗ ਨੇ ਸਤਿਗੁਰੂ ਰਾਮ ਸਿੰਘ ਦੇ ਵੇਲੇ ਤੋਂ ਸਿੱਖ ਤੁਰੇ ਆਉਂਦੇ ਨੇ। ਇਸੇ ਤਰ੍ਹਾਂ ਦੇ ਰਤਨਾ ਰਾਮ ਜੀ ਸਨ, ਪਰ ਉਹਨਾਂ ਦੇ ਦਾੜੀ ਕੇਸ ਹੈਗੇ ਸਨ। ਇਸ ਤਰ੍ਹਾਂ ਹੀ ਬੁੱਧ ਰਾਮ ਜੀ ਵੀ ਇਸ ਤਰ੍ਹਾਂ ਹੀ ਦਾੜੀ ਕੇਸਾਂ ਨਾਲ ਹੀ ਸਨ। ਕੋਈ ਇਹਨਾਂ ਦੇ ਸਿੱਖ ਸਾਹਿਬਾਂ ਨੇ ਕੋਈ ਇਸ ਤਰ੍ਹਾਂ ਮੋਨੇ ਨਹੀਂ ਦੇ। ਇੱਥੇ ਹੁਣ ਤੁਹਾਨੂੰ ਬਹੁਤ ਸਾਰੇ ਸਿੱਖਾਂ ਨੂੰ ਪਤਾ ਹੈ ਬਈ 7-7 8 ਘੰਟੇ ਤੁਸੀਂ ਨਾਮ ਸਿਮਰਨ ਕਰਦੇ ਹੋ, ਤੇ ਅਸੀਂ ਉਚੇਚੇ ਇਕੱਠੇ ਹੋ ਕੇ ਇੱਥੇ ਇਸ ਕੰਮ ਲਈ ਆਏ ਹਾਂ। ਪਰ ਧੰਨ ਸਤਿਗੁਰੂ ਦੇ ਸਿੱਖ ਜਿਹੜੇ ਘਰ ਬੈਠੇ ਵੀ ਬੁੱਧ ਰਾਮ ਵੀਰ ਚੰਦ ਹੋਰੀ ਘਰ ਬੈਠੇ ਹੀ ਉੱਥੇ ਆਪਣੇ ਵਿਹਾਰ ਕਰਦਿਆਂ ਵੀ 8-8 ਘੰਟੇ 7-7 ਘੰਟੇ ਨਾਮ ਸਿਮਰਨ ਕਰਦੇ ਸਨ। ਫਿਰ ਉਹਨਾਂ ਦਾ ਕਿਸੇ ਨੂੰ ਪਤਾ ਨਹੀਂ, ਸਾਡਾ ਤੁਹਾਨੂੰ ਪਤਾ ਲੱਗਦਾ ਨਾ ਕਿ ਅਸੀਂ ਇੱਥੇ ਨਾਮ ਸਿਮਰਨ ਵਾਸਤੇ ਇਕੱਠੇ ਹੋਏ ਹਾਂ, ਬਹੁਤਿਆਂ ਨੂੰ ਪਤਾ ਲੱਗਦਾ, ਉਹਨਾਂ ਦਾ ਪਤਾ ਨਹੀਂ ਲੱਗਦਾ। ਔਰ ਇਹ ਇੱਕ ਚੀਜ਼ ਹੈ ਜਿਹਦਾ ਪਤਾ ਲੱਗਦਾ, ਉਹਦੀ ਗੱਲ ਓਨੀ ਨਹੀਂ ਹੁੰਦੀ ਜਿੰਨਾ ਬਗੈਰ ਪਤਾ ਵਾਲੇ ਦੀ ਹੁੰਦੀ ਹੈ। ਤੋ ਜੈਸੇ ਆਪਣੇ ਧਨ ਪ੍ਰਾਣੀ ਮਰਨ ਵਾਂਡਾ, ਤੈਸੇ ਸਤ ਜਨਾ ਰਾਮ ਨਾਮ ਨਾ ਛੱਡਾ। ਇੱਥੋਂ ਚੜ੍ਹਾਈ ਕਰਨ ਤੋਂ ਥੋੜਾ ਸਮਾਂ ਪਹਿਲਾਂ ਇੱਥੇ ਆ ਕੇ ਗਏ ਨੇ। ਇਹ ਬੜੀ ਕਿਰਪਾ ਸਤਿਗੁਰਾਂ ਨੇ ਕੀਤੀ ਹੈ ਵੀ ਉਹ ਤੁਰੇ ਫਿਰਦੇ ਸਰੀਰ ਛੱਡ ਗਏ, ਕੋਈ ਦੁੱਖ ਤਕਲੀਫ ਨਹੀਂ ਵੇਖਿਆ, ਮੰਜੇ ਤੇ ਨਹੀਂ ਲੰਮੇ ਪਏ, ਦੁਕਾਨਾਂ ਵਿੱਚ ਫਿਰਦੇ ਫਿਰਦੇ ਹੀ ਸਰੀਰ ਛੱਡ ਗਏ। ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ 12 ਪੁਰਸ਼ ਬੋਲਦੇ ਵੀ ਖਰੇ ਹਰ ਭਾਣੇ। ਤੋ ਉਹਨਾਂ ਦਾ ਵੱਡਾ ਲੜਕਾ ਮਹੇਸ਼, ਤੇ ਦੇਖ ਰਾਮ ਜੀ ਦਾ ਲੜਕਾ ਛੋਟਾ, ਉਹਦਾ ਨਾਮ ਮਹੇਸ਼ ਕੁਮਾਰ ਹੈ। ਤੇ ਨੱਥੂ ਰਾਮ ਜੀ ਜਿਹਨਾਂ ਵੱਲ ਉਹਨਾਂ ਦੀ ਲੜਕੀ ਵਿਆਹੀ ਹੋਈ ਹੈ, ਉਹ ਬੀਬੀ ਵੀ ਇੱਥੇ ਆਈ ਹੈ। ਤੋ ਇਹਨਾਂ ਨੇ ਇਹ ਵੇਖੋ ਵੀ ਕਿੱਥੋਂ ਆ ਕੇ ਤੰਜ਼ਾਨੀਆ ਤੋਂ ਇੱਥੇ ਆ ਕੇ ਭੋਗ ਪਵਾਇਆ। ਤੋ ਹਰ ਚੰਗੀ ਗੱਲ ਹਰ ਥਾਂ ਲੈ ਲੈਣੀ ਚਾਹੀਦੀ ਹੈ, ਸਾਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਆਖਾਂਗਾ ਵੀ ਮੈਂ ਆਖਿਆ ਵੀ ਸੀ ਉਹਨਾਂ ਨੂੰ ਵੀ ਜਿਹੜੀ ਉਹਨਾਂ ਦੀ ਜਾਇਦਾਦ ਦੁਨਿਆਵੀ ਤੁਸੀਂ ਸਾਂਭਦੇ ਹੋ, ਭਜਨ ਬਾਣੀ ਵੀ ਤੁਸੀਂ ਸਾਂਭਣਾ। ਉਹਨਾਂ ਨੇ ਆਪ ਹੀ ਨਹੀਂ ਸਿਰਫ ਕੀਤਾ, ਹੋਰ ਵੀ ਬਹੁਤ ਸਾਰਿਆਂ ਨੂੰ ਉਹਨਾਂ ਨੇ ਇਸ ਪਾਸੇ ਇਹ ਜਹਾਜ਼ ਚੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਪਿਛਲਾ ਇਹਨਾਂ ਦਾ ਬਠਿੰਡੇ ਕੋਲ ਮਾਈਸਰਖਾਨਾ ਪਿੰਡ ਹੈ। ਬੁੱਧ ਰਾਮ ਜੀ ਦੇ ਪਿਤਾ ਦਾ ਨਾਮ ਮੋਹਣਾਵਲ ਸੀ। ਤੋ ਇਹ ਸਤਿਗੁਰਾਂ ਦੇ ਵੇਲੇ ਤੋਂ ਇਸ ਤਰ੍ਹਾਂ ਚਲੇ ਆ ਰਹੇ ਨੇ, ਤੇ ਹੁਣ ਵੀ ਉਹ ਆਪਣੀ ਸਿੱਖੀ ਵਾਲੀ ਗੱਲ ਨੂੰ ਪੂਰੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰਦੇ ਨੇ। ਇਹ ਸਾਨੂੰ ਸਿੱਖਿਆ ਲੈਣੀ ਚਾਹੀਦੀ ਵੀ ਜੇ ਉਹ ਘਰਾਂ 'ਚ ਬੈਠੇ 8-8 ਘੰਟੇ ਨਾਮ ਸਿਮਰਨ ਕਰੀ ਜਾਂਦੇ ਨੇ, ਤੇ ਸਾਨੂੰ ਇੱਥੇ ਆ ਕੇ ਕਿਉਂ ਤੰਗੀ ਆਉਂਦੀ? ਇੱਥੇ ਸਿਰਫ ਇਸ ਕੰਮ ਲਈ ਆਇਆ, ਹੋਰ ਸਾਨੂੰ ਕੋਈ ਕੰਮ ਨਹੀਂ। ਤੋ ਤਗੜੇ ਹੋ ਕੇ ਆਪਣਾ ਬਿਰਤੀ ਟਿਕਾ ਕੇ ਨਾਮ ਦਾ ਸਿਮਰਨ ਕਰਿਆ ਕਰੋ, ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਣ, ਤੇ ਸਾਰੇ ਦੁਨੀਆ ਦੇ ਦੁੱਖ ਜਿਹੜੇ ਨੇ ਭੁੱਲ ਜਾਣ, ਤੇ ਮਰਨਾ ਜੰਮਣਾ ਜਿਹੜਾ ਸਾਨੂੰ ਜੰਮਣ ਮਰਨ ਦਾ ਦੁੱਖ ਹੈਗਾ ਉਹ ਬਿਲਕੁਲ ਨਾ ਹੋਵੇ। ਸਾਡੀ ਬੀਬੀ ਹਰਬਖਸ਼ ਕੌਰ ਦਾ ਭੈਣੀ ਸਾਹਿਬ ਦਾ ਸੰਬੰਧ ਹੋਣ ਕਰਕੇ ਇਸ ਤਰ੍ਹਾਂ ਦਾ
ਸਿਲਸਿਲਾ ਬਣਿਆ ਜਿਹਦੇ ਨਾਲ ਆਪਾਂ ਇੱਥੇ ਇਕੱਠੇ ਹੋਏ ਹਾਂ। ਤੇ ਜਿਹੜੇ ਬੰਦੇ ਬਾਹਰ ਜਾਂਦੇ ਨੇ ਨਾ ਮਥੁਰਾ ਵਗੈਰਾ, ਉਹਨਾਂ ਨੂੰ ਪਤਾ ਹੈ ਕਿ ਮਥੁਰਾ ਵਿੱਚ ਮਥੁਰਾ ਦੇ ਪੇੜੇ ਬੜੇ ਮਸ਼ਹੂਰ ਨੇ। ਭਾਵੇਂ ਉਹ ਪਰਸੋਂ ਦੇ ਬੈ ਹੋਣ, ਆਪਣੇ ਮਥੁਰਾ ਦੇ ਪੇੜੇ ਲਿਆਂਦੇ ਨੇ, ਭਾਵੇਂ ਬੈ ਹੋਣ। ਸਾਡੇ ਭੈਣੀ ਸਾਹਿਬ ਦਾ ਵੀ ਇਹ ਗੱਲ ਮਸ਼ਹੂਰ ਹੈ ਵੀ ਇੱਥੋਂ ਮਾਲ ਸ਼ਰਾਬ ਛੱਡ ਕੇ ਮਾੜੇ ਕੰਮ ਛੱਡੇ ਜਾਂਦੇ ਨੇ। ਬੱਚਿਆਂ ਨੂੰ ਬਚਪਨ ਤੋਂ ਇਸ ਪਾਸਿਓਂ ਹਟਾਇਆ ਜਾਵੇ, ਉਹਨਾਂ 'ਤੇ ਬਹੁਤ ਵੱਡਾ ਅਸਰ ਹੁੰਦਾ। ਮੇਰੇ ਤਜਰਬੇ ਵਿੱਚ ਜਿਹੜੇ 2-3 ਕੰਮ ਆਏ ਨੇ, ਬਾਣੀ ਕੰਠ ਕਰਾਉਣੀ ਜਾਂ ਭਜਨ ਵਾਲੇ ਪਾਸੇ ਬੱਚਿਆਂ ਨੂੰ ਲਾਉਣਾ, ਹਾਕੀ ਖੇਡਣੀ ਰਾਗ ਵਾਲੇ ਪਾਸੇ, ਇਹ ਬਹੁਤ ਛੋਟਿਆਂ ਬੱਚਿਆਂ ਨੂੰ ਲਾਇਆ, ਉਹ ਬਹੁਤ ਸਫਲ ਨੇ। ਅਤੇ ਸਾਡੇ ਭਾਰਤ ਦੀ ਸੰਸਕ੍ਰਿਤੀ ਸਾਡੇ ਕੋਲੋਂ ਖੁੱਸ ਰਹੀ ਹੈ, ਬਾਹਰ ਦੇ ਲੋਕ ਇਹਨੂੰ ਅਪਣਾ ਰਹੇ ਨੇ। ਜਿਹੜੀ ਸਾਡੇ ਰਸਮਾਂ ਰਿਵਾਜ ਸਨ, ਮਸੀਤਾਂ ਅਤੇ ਗੁਰਦੁਆਰਿਆਂ ਵਿੱਚ ਜਿਹੜੇ ਖੂਹ ਹੁੰਦੇ ਸਨ ਅਤੇ ਮੰਦਿਰਾਂ ਵਿੱਚ, ਉਹ ਅੱਜ ਕੱਲ੍ਹ ਨਹੀਂ ਰਹੇ ਜਾਂ ਘੱਟ ਗਏ ਨੇ। ਇੱਕ ਹਰੇ ਰਾਮਾ ਹਰੇ ਕ੍ਰਿਸ਼ਨਾ ਮਿਸ਼ਨ ਹੈ ਇੱਕ, ਉਹਦੇ ਬਾਰੇ ਤੁਸੀਂ ਜੇ ਨਹੀਂ ਵੇਖਿਆ ਤਾਂ ਅਖਬਾਰਾਂ 'ਚ ਪੜ੍ਹਿਆ ਹੋਵੇਗਾ। ਉਹ ਬਹੁਤ ਦੂਰ ਤੱਕ ਫੈਲਿਆ ਹੋਇਆ ਮਿਸ਼ਨ ਹੈ। ਅਮਰੀਕਾ ਵਿੱਚ ਵੀ ਫਲੈਟ 'ਚ ਇੱਕ ਵਾਰ ਮੈਂ ਕੋਰਟ ਸਟਰੀਟ ਵਿੱਚ ਮੇਰੇ ਖਿਆਲ ਖਲੋਤੇ ਸਾਂ, ਅਤੇ ਉੱਥੇ ਉਹ ਕੀਰਤਨ ਕਰਦੇ ਜਾਂਦੇ ਸੀ ਗੋਰੇ। ਉਹਨਾਂ ਦੇ ਬੋਦੀਆਂ ਸਿਰਾਂ 'ਤੇ ਜਿਸ ਤਰ੍ਹਾਂ ਹਿੰਦੂਆਂ ਦੇ ਹੁੰਦੀਆਂ ਨੇ, ਤਿਲਕ ਲਾਏ, ਧੋਤੀਆਂ ਬੰਨੀਆਂ, ਅਤੇ ਕੀਰਤਨ ਕਰਦੇ ਹਨ। ਲੋਕ ਉਹਨਾਂ ਵੱਲ ਵੇਖਦੇ ਸਨ, ਉਹ ਕਿਸੇ ਵੱਲ ਨਹੀਂ ਸਨ ਵੇਖਦੇ। ਉਹਨਾਂ ਦੇ ਹਰ ਜਿਹੜੇ ਉਹਨਾਂ ਦੇ ਬਾਹਰਲੇ ਸੈਂਟਰ ਨੇ, ਉਹਨਾਂ ਦੇ ਵਿੱਚ ਸਟੀਲ ਦੇ ਭਾਂਡੇ ਮਿਲਦੇ ਨੇ, ਮਿਰਚਾਂ ਪਿਆਲੀਆਂ ਨਹੀਂ। 3 ਦਿਨ ਜਿਹੜਾ ਉਹਨਾਂ ਦਾ ਮੈਂਬਰ ਹੋਵੇ, 3 ਦਿਨ ਉਹਦੇ ਵਿੱਚ ਫ੍ਰੀ, ਬਗੈਰ ਪੈਸਿਆਂ ਤੋਂ ਰਹਿ ਸਕਦਾ। ਉਹ ਰਿਹਾਇਸ਼ ਦਾ ਥਾਂ 5 ਸਟਾਰ ਹੋਟਲਾਂ ਵਰਗਾ। ਹਰ ਕਮਰੇ ਦੇ ਵਿੱਚ ਟੇਪ ਰਿਕਾਰਡ ਦਾ ਮੂੰਹ ਲੱਗਾ ਹੈ। ਉਹ ਉਹਦੇ 'ਚ ਰਾਮਾਇਣ ਗੀਤਾ ਜੋ ਵੀ ਕੁਛ ਉਹਦੇ 'ਚ, ਜਿਹੜਾ ਕਿਸੇ ਦੀ ਇੱਛਾ ਹੋਵੇ ਜਿੰਨਾ ਚਿਰ ਮਰਜ਼ੀ ਸੁਣੇ, ਜਦੋਂ ਮਰਜ਼ੀ ਉਹ ਬੰਦ ਕਰ ਲਏ। ਇਸ ਤੋਂ ਇਲਾਵਾ ਉਹਨਾਂ ਦੀ ਬੋਲੀ ਜਿਹੜੀ ਹੈ, ਸ਼ੇਖ ਤਰਲੋਕ ਸਿੰਘ ਹੋਰੀ ਉੱਥੇ ਗਏ ਸਨ, ਮੈਂ ਭੇਜਿਆ ਸੀ, ਅਤੇ ਇਹਨਾਂ ਨੇ ਮੇਰੇ ਬੈਠਿਆਂ ਉੱਥੇ ਕਿਸੇ ਦਾ ਟੈਲੀਫੋਨ ਆਇਆ, ਅਤੇ ਜਿਹੜਾ ਟੈਲੀਫੋਨ ਦਾ ਜ਼ਿੰਮੇਵਾਰ ਆਦਮੀ ਸੀ, ਉਹਨੇ ਟੈਲੀਫੋਨ ਸੁਣਿਆ, ਉਹਨੇ ਕੋਈ ਜਵਾਬ ਦਿੱਤਾ, ਅਤੇ ਇੱਕ ਹੋਰ ਬੰਦਾ ਸੀ ਉਹਦੇ ਕੋਲ, ਉਹਨੇ ਆਖਿਆ ਇਹਨੂੰ ਕੋਈ ਧਰਮ ਸ਼ਬਦ ਨਹੀਂ ਤੇਰੇ ਕੋਲ ਵਰਤਣ ਨੂੰ, ਇਹਨੂੰ ਪਿਆਰ ਵਾਲੇ ਸ਼ਬਦ ਨਹੀਂ ਵਰਤ ਸਕਦਾ ਹੋਰ। ਮਤਲਬ ਉਹ ਇਸ ਪਾਸੇ ਤੁਰਦੇ ਨੇ। ਫਿਰ ਉਹਨਾਂ ਦੇ ਜਿਹੜੇ ਸੈਂਟਰ ਨੇ, ਜਿਸ ਤਰ੍ਹਾਂ ਬੰਬਈ ਹੈਗਾ, ਉਹਦੇ 'ਚ ਖੂਹ ਨੇ ਉਹਨਾਂ ਦੇ। ਸਿਰਫ ਇਹ ਨਹੀਂ ਕਿ ਸਾਡੇ ਭਾਰਤ ਵਿੱਚ, ਵਿਲਾਇਤ ਵਿੱਚ ਵੀ ਉਹਨਾਂ ਦੇ ਆਪਣੇ ਆਸ਼ਰਮ 'ਤੇ ਖੂਹ ਹੈਗਾ। ਨਿਊਯਾਰਕ ਵਿੱਚ, ਅਮਰੀਕਾ ਵਿੱਚ ਉਹ ਵੀ ਕਈ ਥਾਂ ਹੋਣਗੇ, ਪਰ ਮੈਨੂੰ ਨਿਊਯਾਰਕ ਦਾ ਪਤਾ। ਉੱਥੇ ਉਹਨਾਂ ਦੇ ਮੈਨਹਟਨ ਦੇ ਵਿੱਚ ਉਹਨਾਂ ਦਾ ਸੈਂਟਰ ਹੈ ਬੜਾ, ਇੱਥੇ ਬਹੁਤ ਦੁਕਾਨਦਾਰੀ ਚੱਲਦੀ ਹੈ, ਸ਼ਾਪਿੰਗ ਵਗੈਰਾ। ਉੱਥੇ ਉਹਨਾਂ ਦਾ ਆਸ਼ਰਮ, ਉਹਦੇ ਵਿੱਚ ਵੀ ਖੂਹ ਲੱਗਾ ਉਹਨਾਂ ਦਾ। ਚਲੋ ਉਹਨਾਂ ਨੇ ਆਪਣੀ ਸੰਸਕ੍ਰਿਤੀ ਜਿਹੜੀ ਹੈ ਨਾ, ਉਹ ਉੱਥੇ ਪਹੁੰਚਾਤੀ ਹੈ, ਅਤੇ ਉਹ ਗੋਰੇ ਉਹਨੂੰ ਅਪਣਾਉਂਦੇ ਨੇ। ਸਾਡੀ ਜਿਹੜੀ ਭਾਰਤ ਦੀ ਸੰਸਕ੍ਰਿਤੀ ਹੈ ਬਾਹਰ ਬਹੁਤ ਹੈਗੀ। ਥਾਈਲੈਂਡ ਦੇ ਵਿੱਚ ਜਿਹੜੇ ਛੋਟੇ ਬੱਚੇ ਪੜ੍ਹਦੇ ਨੇ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮਾਸਟਰ ਜਿਹੜਾ ਜਾਂ ਪ੍ਰਿੰਸੀਪਲ ਸਭ ਤੋਂ ਪਿਛਲੇ ਬੱਚੇ ਨੂੰ ਬੁਲਾਏਗਾ, ਉਹ ਇਸ ਤਰ੍ਹਾਂ ਕੋਡਾ ਹੋ ਕੇ ਨੀਵਾਂ ਹੁੰਦਾ ਜਮਾ ਕਰ ਦਿਓ, ਇਸ ਤਰ੍ਹਾਂ ਕਰਦਾ ਉਹ ਸਕੂਲ ਕਰਾਉਂਦਾ ਉਹ ਆਪ ਮਾਸਟਰ ਦੇ ਕੋਲ ਪਹੁੰਚਦਾ। ਥਾਈਲੈਂਡ ਦੇ ਵਿੱਚ ਜਿਹੜੇ ਵੱਡੇ ਨੇ, ਬਜ਼ੁਰਗ ਨੇ, ਉਹਨਾਂ ਦੇ ਜਿਹੜੇ ਬੱਚੇ ਨੇ, ਉਹ ਪੈਰੀਂ ਹੱਥ ਖਿਲਾਉਂਦੇ ਨੇ। ਬਾਜ਼ਾਰ 'ਚ ਮਿਲ ਜਾਣ ਉੱਥੇ ਪੈਰੀਂ ਖਿਲਾਉਂਦੇ ਨੇ। ਅਤੇ ਸਾਡੇ ਵਿੱਚ ਸ਼ੇਕ ਹੈਂਡ ਦਾ ਹੱਥ ਮਿਲਾਉਣ ਦੀ ਆਦਤ ਪਈ ਹੈ। ਇਹ ਸਾਰੀਆਂ ਥੋੜ੍ਹੀ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਜਿਹੜੇ ਧਰਮ ਨੂੰ ਮੰਨਦੇ ਹੋ ਉਹਨਾਂ ਦੇ ਮੁਤਾਬਕ ਤੜਕੇ ਉੱਠ ਕੇ ਭਜਨ ਕਰਿਆ ਕਰੋ, ਮਾਸ ਸ਼ਰਾਬ ਦਾ ਤਿਆਗ ਕਰੋ, ਸਿਗਰਟ ਵਗੈਰਾ ਸਾਰੀ ਇਹ ਨਹੀਂ ਹੋਣੀ ਚਾਹੀਦੀ, ਆਂਡੇ ਵਗੈਰਾ। ਇਹਦੇ ਵਾਸਤੇ ਚਾਰਟ ਬਣੇ ਨੇ ਬੜੇ ਵਧੀਆ, ਅਤੇ ਮੇਰੇ ਕੋਲ ਰੱਖਾ ਗਿਆ, ਤੁਹਾਨੂੰ ਮੈਂ ਭੇਜ ਵੀ ਦਿਆਂਗਾ ਤੁਹਾਡੇ ਸਕੂਲ ਵਾਸਤੇ। ਜਿਹੜਾ ਕਹਿੰਦੇ ਨੇ ਕਿ ਆਂਡੇ ਵਿੱਚ ਜਾਂ ਮਾਸ ਵਿੱਚ ਬਹੁਤੀ ਪ੍ਰੋਟੀਨ ਹੈ, ਉਹਦੇ ਨਾਲ ਮੂੰਗਫਲੀ ਅਤੇ ਬਦਾਮਾਂ ਵਿੱਚ ਬਹੁਤੀ ਦੱਸਦੇ ਨੇ। ਉਹਨਾਂ ਨੇ ਸਾਰਾ ਕੰਪੈਰੀਜ਼ਨ ਕੀਤਾ ਦੋਵਾਂ ਚੀਜ਼ਾਂ ਦਾ, ਜੋ ਉਹਦਾ ਆਪਣੀ ਜ਼ੁਬਾਨ ਦੇ ਸਵਾਦ ਵਾਸਤੇ ਜਿਹਨਾਂ ਨੂੰ ਚਾਹੀਦਾ ਉਹ ਇਸ ਗੱਲ ਦਾ ਪ੍ਰਚਾਰ ਕਰਦੇ ਨੇ। ਪਰ ਅਸੀਂ ਹਿੰਦੁਸਤਾਨੀ ਹਾਂ, ਸਾਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ। ਤੜਕੇ ਉੱਠਿਆ ਕਰੋ, ਆਪਣੇ ਯਕੀਨ ਅਨੁਸਾਰ ਭਜਨ ਕਰਕੇ, ਅਰਦਾਸ ਕਰਕੇ, ਫਿਰ ਆਪਣੇ ਪਰੌਂਠੇ ਖਾ ਕੇ ਫਿਰ ਸਕੂਲੇ ਜਾਇਆ ਕਰੋ। ਮੈਂ ਨਹੀਂ ਪਰਮ ਸਤਿਕਾਰਯੋਗ ਸਾਧ ਸੰਗਤ, ਮੈਂ ਜਿਸ ਤਰ੍ਹਾਂ ਤੁਹਾਨੂੰ ਅੱਗੇ ਵੀ ਅਰਜ਼ ਕੀਤੀ ਸੀ, ਇੱਥੋਂ ਬੈਠਿਆਂ ਸਾਰਾ ਮੰਦਰ ਬਣਿਆ ਹੋਇਆ ਨਾਮ ਸਿਮਰਨ ਵਾਲਿਆਂ ਦਾ ਬਹੁਤ ਸੋਹਣਾ ਲੱਗਦਾ ਹੈ।
सतगुरु राम सिंह के हुक्मनामे च इस तरह आया कि सिख ने उत्थे लिजा के रंगून रुपये मत्था टेके। सतगुरु राम सिंह ने हुक्म दिता है कि यह धर्म डंड कोई विरला सहिंदा है। वैसे सगुरां दे ये सतगुरु राम सिंह के हुक्मनामे के शब्द ने। मैं समझदा भई भावें इहनूं इस तरह डंड समझ लिया जाए जिहड़ा तुसीं इत्थे बैठ के नाम सिमरन करदे हो। सतगुरु प्रताप सिंह सच्चे पातशाह दे उपदेश रिकार्ड होया, मारी दे कुट्टी दे करो कुछ करो, नाम सिमरन वाले पासे लगो। असीं इत्थे गए हाँ भी मारी दे कुट्टी दे वाले थां, पर इत्थे तो हैगे हाँ सतगुरां दी किरपा नाल। तो तुसीं जिथे जिथे जाओ आपो अपने पिंडां नूं अपने शहरां नूं जाके नौजवान बच्चों नूं प्रेरणा दिओ। मेरा अपना तजर्बा जां विश्वास जिहड़ा वो इस तरह दा है, मेरा ही नहीं, सतगुरु प्रताप सिंह सच्चे पातशाह दे उपदेश रिकार्ड होया है बैंकॉक दे विच कि इन्ने तो इन्ने वजे तक नौजवान आउण, बुढ़े ना होना चाहण। बिरध जिहड़े ने एक तो वो बिरध हो गए ने, उन्होंने हुण उन्ना सोच उन्हां दी काम नहीं करदी ते शरीर भी उन्हां दा उन्ना काम नहीं दिंदा। नौजवानों ते बहुत माण है मैनू कि उन्होंने बहुत किरपा की है। एक साल जिहड़ा लंघाया ज्यों शुरू होए ने 15-20 तो ला के सैकड़े तक गिणती पहुँचाती उन्होंने। ऐकी भी जिहड़े हुण शुरू किया, पहलों 15 की गिणती सी, फिर 24 हो गई, फिर अगले दिन वो 50 की किन्नी गिणती हो गई सी। माइयां दे बारे मैनूं पूरा पता नहीं, वो भी इन्ने होणगे। तो ये तुसीं इत्थे जिथे असीं बैठे हैं उतले असीं तुहानूं दिसदे हां, साडे बारे तो तुसीं जानकारी रखदे हो भी असीं किस तरह दे लगदे हां, पर जिहड़े तुसीं बैठे हो ना वो बहुत सोहणे लगदे हो इत्थे बैठे। तो इहदे बारे गुरु गोबिंद सिंह ने यह भी लिखिया कि जो बाबे के दाम ना दा है तिन ते कहे बाबर के ला है। वो तो हुक्म वरतना ही वरतना है, उन्होंने रोक नहीं सकता कोई, जिहड़ा सतगुरां दा हुक्म है। वो आदमी कई बार बीमार ही हो जाता है, 100 काम हो जाता, उन्होंने जेल च आ जाता कई बार। मेरा ये नहीं मतलब भई वो बीमार होवे जां जेल जावे, पर मेरा सिर्फ ये दसन तो मतलब है कि किसी तरह गल साड़ी समझ में आ जाए भई जिहड़ा सतगुरां दा हुक्म है वो साडे लई लाहेवंद है। सो इस वास्ते तुसीं तगड़े होके ना नाम सिमरन वाले पासे लगो। सतगुरु प्रताप सिंह दे उपदेश बार बार इस तरह आउंदा है भी ईरखा छड्डो। मैं आंदा तो सारिਆਂ ਨੂੰ ही हाँ सने अपने, पर खास करके जिहड़े नाम सिमरन वाले ने उन्हां वास्ते बहुत जरूरी है भी वो ये किरपा करन। असीं जिहड़े इस काम ते लगे हैं नाम सिमरन वास्ते, सानूं ये बहुत जरूरी है कि ये सारियां गल्लां सतगुरां दे हुक्म जिहड़े ने वध तो वध असीं मन सकीए वो मन्ने जाण। जिहड़ा मन जिस पासे लगदा है ना, वो सच्चे पातशाह दे अज दे उपदेश सी भई साडा ध्यान जिहड़ा होर पासे रहिंदा, जिहड़े पासे साडा ध्यान रहिंदा वो सानूं मिलदा। जे साडा ध्यान नाम सिमरन वाले पासे लगेगा, साध संगत वाले पासे लगे तो वो मिल जाएगा। जे चोरी करने वाले ठगी वाले पास होर किसी भी पासे लगता है, वो चीज़ सानू जरूर प्राप्त होंदी सतगुरां दे हुक्म अनुसार। सेवा करने वाले जां दान देने वाले जिहड़े ने, उन्हां दे किसी दे मत्थे नहीं लिखिया भी इन्हें खुश होकर दान देना है कि नहीं देना, आखना ही पैना ना। पर कई मिसालां इहो जिहियां ने। एक सिंह ने आख्या एक सिंह नूं भई जदों इत्थे सेवा का मौका होवे ना, तू मैनू उस वेले जरूर दसी, जे मैं ना जे तू मैनू ना दसिया तो जिहड़ी सेवा मैं नहीं कर सकनी वो पाप तैनू लगना। मैं भी ये समझदा भई असीं जिहड़े इस गल नूं आखण वाले हाँ, अर्ज बेनती करन वाले हाँ, जे असीं अर्ज बेनती ना करांगे ना साध संगत वाले पासे तान मन ते धन लाउण वास्ते, तो ये डर लगता है पाप सानू भी लगे। सतगुरु बख्शे कृपा करे, पाप तो असीं बड़ी करते हैं, पर यह भी साडे कोल साडे ते गल हो सकती है। तो प्रेरणा दिओ तगड़े होके। दूसरा ये कोशिश करो भई किसी नूं जिहदे नाल तुहाडी बहुत दुश्मनी है, लड़ाई है, उन्होंने वेख के औखे ना होवो। उहदे कोल तुहाडी कोई वो गल जावे जिस गल नूं वेख के ना वो अखा नीवें करे तो उन्होंने संग आवे कि ये मेरे नाल इस तरह करदा तो मैं इहदे नाल इस तरह क्यों करदा। सतगुरु प्रताप सिंह सच्चे पातशाह दा उपदेश रिकार्ड होया कि
ਜਿਹੜਾ ਕੋਈ ਬੁਰਾਈ ਕਰੇ ਨਾ ਉਹਦੇ ਨਾਲ ਬੁਰਾਈ ਨਾ ਕਰੋ। ਮਾਤਾ ਜੀਵਨ ਕੌਰ ਜੀ ਦਾ ਉਹਨਾਂ ਨੇ ਮਿਸਾਲ ਦਿੱਤੀ ਉਹਨਾਂ ਦੀ ਨਾਲ, ਇਹ ਇਸ ਤਰ੍ਹਾਂ ਦੀ ਕੋਈ ਤੁਕਾਂ ਪੜ੍ਹੀਆਂ ਨੇ, ਬੁਰੇ ਨਾਲ ਸਭ ਕਰਨ ਬੁਰਾਈ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਜੋ ਨੇਕੀ ਕਰਨੀ ਹੈ ਗੁਰੂ ਨਾਨਕ ਜਾਣੇ। ਜੇ ਗੁਰੂ ਨਾਨਕ ਦੇ ਬਣਨਾ ਤੇ ਇਹ ਗੱਲ ਕਰੋ। ਇਸ ਵੇਲੇ ਕਿੰਨੇ ਹੀ ਆਦਮੀ ਨੇ ਜਿਹੜੇ ਵਿਚਾਰੇ ਘਰੋਂ ਬੇਘਰ ਹੋਏ ਨੇ, ਕਈਆਂ ਦੇ ਬੱਚੇ ਨਹੀਂ ਲੱਭੇ, ਪਤਾ ਨਹੀਂ ਕਿਸੇ ਰੁੜ ਗਏ ਨੇ, ਡੰਗਰ ਰੁੜ ਗਏ ਨੇ। ਉਹਨਾਂ ਵਾਸਤੇ ਕਿਸੇ ਵੀ ਤਰ੍ਹਾਂ ਅਸੀਂ ਕੋਸ਼ਿਸ਼ ਕਰਕੇ ਉਹਨਾਂ ਦੀ ਮਦਦ ਕਰਨੀ ਹੈ, ਜਿੰਨੀ ਕਿਸੇ ਵੱਧ ਤੋਂ ਵੱਧ ਕਰੀਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਰਿਕਾਰਡ ਹੋਇਆ ਹੈ ਕਿ ਤੁਸੀਂ ਵੇਖੋ ਪਾਰਸੀਆਂ ਦੀ ਕੌਮ ਹੈ, ਆਗਾ ਖਾਨ ਦੇ ਸੇਵਕ ਨੇ, ਉਹਨਾਂ ਦੇ ਕੋਈ ਗਰੀਬ ਨਹੀਂ ਲੱਭਦਾ, ਸਾਰੇ ਇਕੱਠੇ ਹੋ ਕੇ ਉਹਦੀ ਮਦਦ ਕਰ ਦਿੰਦੇ ਨੇ। ਇਹ ਸਾਨੂੰ ਨਹੀਂ ਪਤਾ ਵੀ ਜਿਹੜਾ ਵੇਲਾ ਉਹਨਾਂ 'ਤੇ ਹੈ, ਕੋਈ ਲਿਖਿਆ ਤਾਂ ਨਹੀਂ ਵੀ ਸਾਨੂੰ ਪਤਾ ਹੋਵੇ ਵੀ ਸਾਨੂੰ ਸਾਡੇ 'ਤੇ ਉਹ ਵੇਲਾ ਆ ਜਾਣਾ। ਜਿੱਥੇ ਉਹ ਇਸ ਵੇਲੇ ਹੈਗੇ ਨੇ, ਸਾਨੂੰ ਉਸ ਥਾਂ 'ਤੇ ਬਹਿ ਕੇ ਵੇਖਣਾ ਚਾਹੀਦਾ ਕਿ ਅਸੀਂ ਉਸ ਥਾਂ 'ਤੇ ਹੋਈਏ ਤਾਂ ਸਾਡੀ ਕੀ ਹਾਲਤ ਹੋਵੇ। ਜੇ ਅਸੀਂ ਉਸ ਥਾਂ 'ਤੇ ਸੋਚਾਂਗੇ ਆਪਣੇ ਆਪ ਨੂੰ, ਤਾਂ ਜ਼ਰੂਰ ਉਹਨਾਂ ਲਈ ਕੁਛ ਨਾ ਕੁਛ ਅਸੀਂ ਚਾਰਾ ਕਰਾਂਗੇ। ਅੱਜ ਦੇ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਆਇਆ ਸੀ ਕਿ ਕਿਸੇ ਦਾ ਬੁਰਾ ਨਹੀਂ ਤੱਕਣਾ ਚਾਹੀਦਾ। ਜੇ ਬੁਰਾ ਕੋਈ ਤੱਕਦਾ ਹੈ ਤਾਂ ਉਹਦੀ ਸਿੱਖੀ ਨੂੰ ਠੇਸ ਪਹੁੰਚਦੀ ਹੈ। ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ, ਸਤਿਗੁਰਾਂ ਦੀ ਕਿਰਪਾ ਨਾਲ ਜਿਹੜੇ ਨੌਜਵਾਨ ਬੱਚੇ ਇਸ ਪ੍ਰਯੋਗ 'ਚ ਰਹੇ ਨੇ ਪਿਛਲੇ ਸਾਲ, ਉਹਨਾਂ ਨੇ ਕਈ ਤਰ੍ਹਾਂ ਦੇ ਪ੍ਰਣ ਲਏ ਨੇ। ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਦੇ ਰਹਿਤਨਾਮੇ ਹੁਕਮਨਾਮੇ 'ਚ ਆਇਆ ਕਿ ਬੋਲ ਕਬੋਲ ਸਹਿ ਜਾਣਾ ਸਭ ਦਾ, ਜੇ ਕੋਈ ਮਾਰੇ ਤਾਂ ਵੀ ਖਿਮਾ ਕਰਨੀ, ਤੁਹਾਡਾ ਰੱਖਿਆ ਗੁਰੂ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਇਸ ਤਰ੍ਹਾਂ ਵੀ ਆਇਆ ਭਈ ਇੱਕ ਪਾਸੇ ਤੇ ਗੁਰੂ ਦੀ ਤਾਕਤ ਹੈ, ਜੇ ਅਸੀਂ ਖਿਮਾ ਕਰੀਏ ਤੇ ਇੱਕ ਪਾਸੇ ਆਪਣੀ ਤਾਕਤ ਹੈ। ਸਾਨੂੰ ਵੇਖ ਲੈਣਾ ਚਾਹੀਦਾ ਵੀ ਸਾਡੀ ਤਾਕਤ ਫਿਰ ਗੁਰੂ ਨਾਲੋਂ ਤਗੜੀ ਹੈ ਕਿ ਗੁਰੂ ਦੀ ਸਾਡੇ ਨਾਲੋਂ ਤਗੜੀ ਹੈ। ਇਹ ਬਹੁਤ ਵਧੀਆ ਚੀਜ਼ਾਂ ਨੇ। ਜਿਸ ਤਰ੍ਹਾਂ ਕੁਝ ਤੁਕਾਂ ਦੇ ਉੱਤੇ, ਬਾਣੀ ਦੇ ਤੁਕਾਂ 'ਤੇ ਵੀ ਪਹਿਰਾ ਦੇਣ ਵਾਸਤੇ ਕਈਆਂ ਬੱਚਿਆਂ ਨੇ ਲਿਖ ਕੇ ਦਿੱਤਾ, ਮੈਨੂੰ ਸਾਰੀਆਂ ਯਾਦ ਨਹੀਂ, ਨਾਜਰ ਸਿੰਘ ਕੋਲ ਰੱਖੀਆਂ ਨੇ। ਅਸੀਂ ਬਾਣੀ ਪੜ੍ਹਦੇ ਹਾਂ, ਭਜਨ ਕਰਦੇ ਹਾਂ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਦੇ ਹਾਂ, ਪਰ ਅਸੀਂ ਇਹ ਕੋਸ਼ਿਸ਼ ਕਰੀਏ ਵੀ ਅਸੀਂ ਇੱਕ ਚੀਜ਼ ਕੋਈ ਲੈ ਕੇ ਤੁਰ ਪਈਏ, ਉਹਦੇ 'ਤੇ ਅਮਲ ਕੀਤਾ ਜਾਵੇ। ਧਰਮ ਨੂੰ ਅਸੀਂ ਮੰਨਦੇ ਹਾਂ ਅਤੇ ਇਹ ਵੀ ਸਾਨੂੰ ਮੰਨਣਾ ਹੀ ਪਏਗਾ ਕਿ ਦਇਆ ਜਿਹੜੀ ਹੈ ਨਾ, ਉਹ ਧਰਮ ਦਾ ਮੂਲ ਹੈ। ਉਹ ਸਾਡੇ ਵਿੱਚ ਕਿੰਨੇ % ਹੈਗੀ ਹੈ, ਉਹਦੇ ਵਾਸਤੇ ਥੋੜ੍ਹਾ ਜਿਹਾ ਸੋਚਿਆ ਜਾਵੇ। ਦਇਆ ਦਾ ਮਤਲਬ ਇਹ ਨਹੀਂ ਵੀ ਅਸਾਂ ਕੁੱਕੜ ਨਹੀਂ ਮਾਰਨਾ, ਮੁਰਗੀ ਨਹੀਂ ਮਾਰਨੀ, ਜਾਂ ਹੋਰ ਸਾਰੇ ਕੁਝ ਜਿਹੜੇ ਜਾਨਵਰ ਮਾਰਨੇ ਵਗੈਰਾ। ਦਇਆ ਦਾ ਮਤਲਬ ਇਹ ਵੀ ਹੈ ਕਿ ਕੋਈ ਆਦਮੀ ਸਾਡੇ ਨਾਲ ਲੜ ਪੈਂਦਾ ਜਾਂ ਕੁਛ ਇਸ ਤਰ੍ਹਾਂ ਦੀ ਸਿਲਸਿਲਾ ਹੁੰਦਾ ਅਤੇ ਉਹਦੇ ਵਿੱਚ ਉਹ ਕਿਸੇ ਤਰ੍ਹਾਂ ਸਾਡੇ ਹੇਠਾਂ ਆ ਜਾਂਦਾ, ਅਸੀਂ ਫਿਰ ਉਹਨੂੰ ਰਗੜਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਉੱਥੇ ਉਹਦੇ 'ਤੇ ਦਇਆ ਕੀਤੀ ਜਾਵੇ। ਧਰਮ ਦਾ ਮਤਲਬ ਇਹ ਹੈ, ਮੈਂ ਜਿਸ ਤਰ੍ਹਾਂ ਸਮਝਦਾ। ਅੱਜ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਆਇਆ ਸੀ, ਜਿਸ ਤਰ੍ਹਾਂ ਸਿਮਰਨ ਜਿਹੜੀ ਮੈਨੂੰ ਸਮਝ ਆਈ ਹੈ ਨਾ, ਸਿਮਰਨ ਤੇ ਉਹ ਚੀਜ਼ ਹੈ ਜਿਹੜੀ ਅਸੀਂ ਜਿਸ ਵੇਲੇ ਅਸੀਂ ਨਾਮ ਜਪਦੇ ਹਾਂ, ਉਹ ਇੱਕ ਨਾਮ ਲੈਂਦੇ ਹਾਂ ਜਿਹੜਾ ਉਹ ਨਾਮੀ ਹੈ, ਜਿਹੜਾ ਉਹਨੂੰ ਜੇ ਅਸੀਂ ਯਾਦ ਕਰੀਏ ਤਾਂ ਮੈਂ ਸਮਝਦਾ ਸਿਮਰਨ ਉਹ ਹੈ। ਉਸ ਨਾਮ ਵਾਲੇ ਸਰੂਪ ਨੂੰ, ਉਸ ਨਾਮ ਵਾਲੇ ਸਰੀਰ ਨੂੰ ਅਸੀਂ ਯਾਦ ਕਰਦੇ ਹਾਂ, ਸਿਮਰਨ ਉਹ ਹੈ। ਸਤਿਗੁਰਾਂ ਦੇ ਉਪਦੇਸ਼ ਵੀ ਰਿਕਾਰਡ ਹੋਇਆ, ਬਾਣੀ 'ਚ ਲਿਖਿਆ, ਉੱਡੇ ਉਡਾਵੈ ਸਹਿ ਕੋਸਾ ਤੁਸ ਪਾਛੈ ਬਜਰੇ ਛਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਇੰਨੀ ਤਾਕਤ ਹੈ ਸਿਮਰਨ ਦੀ ਕਿ ਉੱਥੇ ਜਾ ਕੇ ਉਹਨਾਂ ਬੱਚਿਆਂ ਦੀ ਰੱਖਿਆ ਹੋ ਜਾਂਦੀ ਹੈ। ਫਿਰ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਇਹ ਵੀ ਆਇਆ ਕਿ ਅਰਦਾਸ ਕਰਿਆ ਕਰੋ ਰੋਜ਼ ਕੇ ਮਨਮੁਖੀ ਬੇਮੁਖੀ ਤੋਂ ਰੱਖ ਲਈ। ਮਨਮੁਖੀ ਬੇਮੁਖੀ ਕਿਹੜੇ ਬੰਦੇ ਦੇ ਮੱਥੇ 'ਤੇ ਲਿਖੀ ਗਿਆ, ਮਨਮੁਖ ਹੈ ਤੇ ਆ ਬੇਮੁਖ ਹੈ ਤੇ ਆ ਗੁਰਮੁਖ ਹੈ। ਉਹਦੇ ਜਿਹੜੇ ਬਾਹਰ ਅਸੀਂ ਕਰਮ ਵੇਖਦੇ ਹਾਂ ਉਹਨਾਂ ਤੋਂ ਪਤਾ ਲੱਗਦਾ। ਸਗੋਂ ਕੋਈ ਐਸੀਆਂ ਗੱਲਾਂ ਨੇ ਕਿ ਅਸੀਂ ਭਜਨ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਕਿਸੇ ਨੂੰ ਜ਼ੁਬਾਨ ਨਾਲ ਕੋਈ ਗੱਲ ਵੀ ਨਹੀਂ ਗਲਤ ਆਉਂਦੇ, ਪਰ ਸਾਡੇ ਵਿਚਾਰ ਜਿਹੜੇ ਨੇ ਉਹ ਬੇਮੁਖੀ ਵਾਲੇ ਨੇ, ਮਨਮੁਖੀ ਵਾਲੇ ਨੇ। ਉੱਥੇ ਇਹ ਵੀ ਗਿਣੇ ਜਾਣੇ ਨੇ ਜਿਹਦੇ ਵਾਸਤੇ ਲਿਖਿਆ ਸਭ ਕੁਝ ਸੁਣਦਾ ਵੇਖਦਾ।
ਉਹ ਵੇਖਦਾ ਇਹ ਨਹੀਂ ਕਿ ਸਾਡੀ ਪੱਗ ਬੰਨੀ ਉਸ ਨੂੰ ਵੇਖਦਾ, ਉਹ ਸਾਨੂੰ ਅੰਦਰ ਵੇਖਦਾ ਅਸੀਂ ਕੀ ਕਰਦੇ ਹਾਂ, ਸਾਡੇ ਅੰਦਰ ਨੂੰ ਵੇਖਦਾ ਉਹ। ਸੋ ਇਹ ਯਤਨ ਕਰੋ। ਮੈਨੂੰ ਇਹ ਯਾਦ ਹੈ ਇੱਕ ਵਾਰ ਬਾਹਰ ਖੜਾ ਹੁੰਦਾ ਸੀ ਕੋਠੀ ਦੇ ਅਗਲੇ ਪਾਸੇ ਪਰਲੇ ਪਾਸੇ, ਉੱਥੇ ਦੀਵਾਨ ਲੱਗਾ ਸੀ। ਇੱਕ ਵਾਰ ਸਾਹਿਬ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉੱਠ ਕੇ ਦੀਵਾਨ ਵਿੱਚ ਹੱਥ ਜੋੜ ਕੇ ਇਹ ਗੱਲ ਆਖੀ, ਭਈ ਸਾਧ ਸੰਗਤ ਜੀ ਆਪੋ 'ਚ ਈਰਖਾ ਛੱਡ ਦਿਓ। ਇਹ ਕਿੱਡੀ ਵੱਡੀ ਗੱਲ ਹੈ ਜੇ ਸਮਝੀਏ ਤੇ, ਨਾ ਸਮਝੀਏ ਤੇ ਕੁਝ ਵੀ ਨਹੀਂ। ਸੋ ਜਿਹੜੇ ਸਤਿਗੁਰਾਂ ਦੇ ਹੁਕਮ ਨੇ ਉਹਨਾਂ ਨੂੰ ਮੰਨਣ ਨਾਲ ਹੀ ਸਾਡਾ ਫਾਇਦਾ ਹੈ। ਜਿੰਨੇ ਅਸੀਂ ਨਹੀਂ ਮੰਨਦੇ ਉਹਦੇ ਵਿੱਚ ਸਾਡਾ ਨੁਕਸਾਨ ਹੁੰਦਾ। ਅਤੇ ਇਹ ਹੁਣ ਮੈਂ ਤੁਹਾਨੂੰ ਆਖੀ ਜਾਵਾਂ, ਤੁਸੀਂ ਮੈਨੂੰ ਆਖੀ ਜਾਓ, ਇਸ ਤਰ੍ਹਾਂ ਵੀ ਨਹੀਂ ਗੱਲ। ਇਸ ਤਰ੍ਹਾਂ ਜ਼ਰੂਰ ਆਖੀਏ ਵੀ ਮੇਰੇ ਕੋਲੋਂ ਆਹ ਹੁਕਮ ਨਹੀਂ ਮੰਨਿਆ ਜਾਂਦਾ, ਪਰ ਜੇ ਤੂੰ ਮੰਨ ਲਏਗਾ ਸੌਖਾ ਜ਼ਰੂਰ ਹੋ ਜਾਏਗਾ। ਮੈਂ ਇਸ ਹੁਕਮ ਨੂੰ ਨਾ ਮੰਨ ਕੇ ਬੜਾ ਦੁਖੀ ਹੋਇਆ ਅਤੇ ਤੂੰ ਬਚ ਜਾ ਇਸ ਗੱਲ ਤੋਂ। ਇਹ ਨਹੀਂ ਵੀ ਜਗੀਰ ਸਿੰਘ ਸੋਧ ਨਹੀਂ ਰੱਖਦਾ, ਫਲਾਣਾ ਸਿੰਘ ਇਸ ਤਰ੍ਹਾਂ ਨਹੀਂ ਕਰਦਾ, ਨਹੀਂ, ਇਹ ਹੈ ਕਿ ਉਹ ਇਹ ਨਹੀਂ ਰੱਖਦਾ, ਘੱਟ ਤੋਂ ਘੱਟ ਉਹ ਸਵੇਰੇ ਉੱਠ ਕੇ ਨਾਮ ਸਿਮਰਨ ਤਾਂ ਕਰਦਾ। ਉਹਨੂੰ ਇਹ ਆਖਿਆ ਜਾਏ ਜਿੱਥੇ ਤੂੰ ਨਾਮ ਸਿਮਰਨ ਕਰਦਾ, ਜਿੱਥੇ ਤੂੰ ਸਾਰੇ ਵਕਤਾਂ ਸਾਧ ਸੰਗਤ 'ਚ ਆਉਣਾ, ਇੰਨੇ ਘੰਟੇ ਬੈਠ ਕੇ ਕਰਦਾ, ਜੇ ਤੂੰ ਥੋੜ੍ਹੀ ਸੋਧ ਰੱਖ ਲੈ ਨਾਲ, ਇਹ ਕਿੱਡੀ ਚੰਗੀ ਗੱਲ ਹੈ। ਇਹਦੇ ਨਾਲ ਉਤਸ਼ਾਹ ਮਿਲਦਾ ਅਤੇ ਉਹ ਸਾਰੀ ਗੱਲ ਠੀਕ ਹੋ ਜਾਂਦੀ ਹੈ। ਅਤੇ ਜੇ ਉਹਦੇ ਤੋਂ ਨਫ਼ਰਤ ਕਰਨ ਲੱਗ, ਸੱਚੇ ਪਾਤਸ਼ਾਹ ਦਾ ਉਪਦੇਸ਼ 'ਚ ਰਿਕਾਰਡ ਹੋਇਆ ਵੀ ਸਾਨੂੰ ਨਫ਼ਰਤੀ ਨੇ ਮਾਰ ਲਿਆ, ਅਸੀਂ ਨਫ਼ਰਤੀ ਕਰਦੇ ਹਾਂ ਇੱਕ ਦੂਸਰੇ 'ਤੇ, ਉਸ ਨਫ਼ਰਤ ਨੇ ਸਾਨੂੰ ਮਾਰ ਲਿਆ। ਅਤੇ ਮੈਂ ਸਮਝਦਾ ਵੀ ਅਸੀਂ ਜਿਉ ਸਕਦੇ ਹਾਂ ਜੇ ਸਾਨੂੰ ਨਫ਼ਰਤ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਅੰਦਰੋਂ। ਤੁਸੀਂ ਵੀ ਅਰਦਾਸ ਕਰੋ ਆਪਣੇ ਵਾਸਤੇ ਵੀ, ਮੇਰੇ ਵਾਸਤੇ ਵੀ, ਸਾਰਿਆਂ ਵਾਸਤੇ ਵੀ, ਆਪੋ ਆਪਣੇ ਅੰਦਰ ਭਈ ਇਹ ਸਾਡੇ ਅੰਦਰੋਂ ਨਿਕਲੇ, ਸਤਿਗੁਰਾਂ ਦੇ ਹੁਕਮ ਮੰਨੀਏ ਅਤੇ ਅਸੀਂ ਜਿਉਂਦੇ ਹੋ ਜਾਈਏ। ਤਰਕ ਨੇ ਸੱਚੇ ਪਾਤਸ਼ਾਹ ਤਰਕ ਦਾ ਸ਼ਬਦ ਵੀ ਵਰਤਿਆ ਕਿ ਤਰਕ ਜਿਹੜੀ ਹੈ ਨਾ ਉਹ ਬਹੁਤ ਮਾੜੀ ਚੀਜ਼ ਹੈ, ਉਹਨੇ ਸਾਡੇ ਵਿੱਚ ਘਰ ਕੀਤਾ ਹੋਇਆ। ਇੱਕ ਵਾਰ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਅਫਰੀਕਾ ਦਾ ਰਿਕਾਰਡ ਹੋਇਆ। ਉੱਥੇ ਸੱਚੇ ਪਾਤਸ਼ਾਹ ਨੇ ਆਖਿਆ ਕਿ ਜੋ ਇਸ ਮਾਰੇ, ਗੌੜੀ ਰਾਗ ਦਾ ਸ਼ਬਦ ਹੈ, ਬੜਾ ਲੰਮਾ ਸ਼ਬਦ ਹੈ। ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਸੋਈ ਜਤੀ, ਜਿਸ ਜੋ ਇਸ ਮਾਰੇ ਤਾਂ ਹੋਵੇ ਗਤੀ। ਮੈਂ ਸਾਰੀ ਦੁਖਾਨੀ ਮੈਨੂੰ ਯਾਦ, ਪਰ ਉਹ ਸਾਰੀਆਂ ਪੜ੍ਹ ਕੇ ਉੱਥੇ ਲਿਖਿਆ ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਾਪ ਕਰੈ। ਅਤੇ ਸੱਚੇ ਪਾਤਸ਼ਾਹ ਦਾ ਉਪਦੇਸ਼ ਇਸ ਤਰ੍ਹਾਂ ਨਾਲ ਰਿਕਾਰਡ ਹੋਇਆ, ਭਾਵੇਂ ਪੁੱਠਾ ਹੋ ਕੇ ਫੇਰੇ ਮਾਲਾ ਅਤੇ ਭਾਵੇਂ ਬਾਣੀ ਪੜ੍ਹੇ ਅਤੇ ਭਾਵੇਂ ਕੁਛ ਕਰੇ, ਇਹਦੇ ਬਿਨਾਂ ਨਹੀਂ ਉਹਦਾ ਚਾਰਾ ਚੱਲਣਾ। ਸੋ ਇਹ ਦੱਸੋ ਵੀ ਆਪਾਂ ਬਾਣੀ ਵੀ ਪੜ੍ਹੀਏ, ਭਜਨ ਵੀ ਕਰੀਏ, ਸੋਧ ਵੀ ਰੱਖੀਏ, ਅਤੇ ਸਿਰਫ ਇੰਨੀ ਕੁ ਗੱਲ ਅਸੀਂ ਛੱਡ ਲਈਏ ਅਤੇ ਉਹ ਕਿੱਧਰ ਗਈ ਸਾਰੀ? ਸਤਿਗੁਰਾਂ ਦੇ ਹੁਕਮ ਅਨੁਸਾਰ ਮੇਰੀ ਗੱਲ ਨਹੀਂ। ਸੋ ਤੁਸੀਂ ਇੱਕ ਦੂਜੇ ਨੂੰ ਉਤਸ਼ਾਹ ਦਿਆ ਕਰੋ। ਜੇ ਕਿਤੇ ਵੱਖਰੇ ਬੈਠੇ ਗੱਲ ਕਰਦੇ ਹੋ, ਉਸ ਨੂੰ ਨਿੰਦਿਆ ਅਤੇ ਈਰਖਾ ਦੇ ਰੂਪ 'ਚ ਨਾ ਕਰੋ। ਉਹ ਗੱਲ ਤੁਸੀਂ ਜਿਹਦੇ ਵਾਸਤੇ ਕਰਦੇ ਹੋ ਉੱਥੇ ਪਹੁੰਚ ਜਾਂਦੀ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ, ਭਾਵਨਾ ਹੀ ਐਸੀ ਹੋ ਜਾਂਦੀ ਹੈ। ਇੱਕ ਵਾਰ ਇੱਕ ਸਿੰਘ ਦੀ ਗੱਲ ਹੈ, ਮੈਂ ਦੱਸ ਹੀ ਦਿੰਦਾ। ਸਰਦਾਰ ਸਾਧੂ ਸਿੰਘ ਜਲੰਧਰ ਵਾਲਾ, ਉਹ ਬੜਾ ਪਿਆਰ ਸੀ ਉਹਦਾ, ਅਤੇ ਕਿਤੇ ਨਾ ਕਿਤੇ ਜਾਂਦਿਆਂ ਰਾਹ ਵਿੱਚ ਜਾਂ ਘਰ ਜਾਣਾ, ਜਿਸ ਵੇਲੇ ਉਹਦਾ ਮੇਲਾ, ਦਰਸ਼ਨ ਮੇਲਾ ਹੋ ਜਾਣਾ, ਮਿਲ ਜਾਣਾ ਆਪਸ ਵਿੱਚ, ਅਤੇ ਉਹ ਕੁਛ ਚਿਰ ਲਈ ਸਤਿਗੁਰਾਂ ਦੀ ਐਸੀ ਰਜਾ ਵਰਤੀ ਕਿ ਉਹ ਵਿਛੜ ਗਿਆ, ਮਨੋਂ ਵਿਛੜਿਆ। ਅਤੇ ਮੈਂ ਅਤੇ ਮੇਰੇ ਨਾਲ ਇੱਕ ਦੋ ਹੋਰ ਸਨ, ਅਸੀਂ ਕੋਸ਼ਿਸ਼ ਕੀਤੀ ਭਈ ਉਹਨੂੰ ਦੱਸਣਾ ਨਹੀਂ ਅਤੇ ਘਰ ਜਾ ਕੇ ਛਾਪਾ ਮਾਰਨਾ। 2-3 ਵਾਰ ਅਸੀਂ ਗਏ, ਨਹੀਂ ਮਿਲਿਆ ਸਾਨੂੰ ਘਰ, ਬਗੈਰ ਦੱਸੇ ਵੀ ਗਏ। ਉਹ ਮੇਲ ਇਹ ਨਹੀਂ ਵੀ ਜ਼ਰੂਰ ਦੱਸਿਆ ਹੀ ਗੱਲ ਹੋਣੀ ਹੈ, ਮਨ 'ਚ ਜਿਸ ਵੇਲੇ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ। ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਹਾਨੂੰ ਦੱਸਿਆ, ਸਤਿਗੁਰਾਂ ਨੇ ਹੁਕਮ ਦਿੱਤਾ ਕਿ ਸਾਡੇ ਮਨ ਹੋਰ ਪਾਸੇ ਜਾਂਦੇ ਨੇ, ਜਿੱਧਰ ਸਾਡੇ ਮਨ ਜਾਂਦੇ ਨੇ ਉਹ ਚੀਜ਼ ਸਾਨੂੰ ਪ੍ਰਾਪਤ ਹੁੰਦੀ ਹੈ। ਅਤੇ ਅਸੀਂ ਕਿਉਂ ਇਹ ਚੀਜ਼ ਪ੍ਰਾਪਤ ਕਰੀਏ? ਈਰਖਾ ਅਤੇ ਲੜਾਈ ਅਤੇ ਝਗੜਾ ਦੁਆਇਸ਼ ਜਿਹੜੀ, ਜਿਸ ਸਾਰਾ ਸੰਸਾਰ ਇਸ ਵੇਲੇ ਲੜ ਕੇ ਤਗੜੇ ਹੋ ਕੇ ਅਤੇ ਵੱਡੀ ਸਾਰੀ ਭੱਠੀ ਬਣਾ ਕੇ ਅਤੇ ਉਹਦੇ ਉੱਤੇ ਲਿਆ ਕੇ ਲੋਕਾਂ ਨੂੰ ਖੜੇ ਕਰਤਾ। ਮੈਂ ਫਿਰ ਉੱਥੇ ਹੀ ਵਾਪਸ ਆਉਣਾ। ਤੁਹਾਨੂੰ ਮੈਂ ਅਰਜ਼ ਕਰਦਾ ਭਈ ਇਹ ਮੇਰੀ ਖਾਹਿਸ਼ ਪੂਰੀ ਕਰੋ ਕਿ ਇਹ ਸਾਰਾ ਮੰਦਰ ਜਿਹੜਾ ਨਾ, ਵੈਸੇ ਬੜੀ ਥੋੜ੍ਹੀ ਜਿਹੀ ਹੈ, ਵੀ ਇਹ 8-8 ਘੰਟੇ ਨਾਮ ਸਿਮਰਨ ਵਾਲਿਆਂ ਨਾਲ ਭਰਿਆ ਹੋਵੇ ਅਤੇ ਉਹ ਸਾਰਾ ਸਾਲ ਘੱਟੋ ਘੱਟ ਇਸ ਕੰਮ 'ਚ ਲਾਉਣ। ਮੁੰਡੇ ਕਈ ਘਰੋਂ ਲੜ ਕੇ ਤੁਰ ਜਾਂਦੇ ਨੇ, ਕਈ ਫੌਜ 'ਚ ਭਰਤੀ ਹੋ ਜਾਂਦੇ ਨੇ, ਕਈ ਉਂਝ ਘਰਦਿਆਂ ਨੂੰ ਵੱਖਰੇ ਹੋ ਜਾਂਦੇ ਨੇ। ਉਹ ਸਾਰਾ ਕੰਮ ਚੱਲਦਾ ਉਹਨਾਂ ਨਾਲ। ਜਿਹੜੇ ਮੁੰਡੇ ਇੱਥੇ ਆਉਣ, ਉਹਨਾਂ ਬਿਨਾਂ ਉਹਨਾਂ ਦੇ ਘਰਦਿਆਂ ਦਾ ਕੰਮ ਨਹੀਂ ਚੱਲਦਾ। ਨਾਲੇ ਅਸੀਂ ਇਹ ਮੰਨਦੇ ਹਾਂ ਕਿ ਧੰਨੇ ਦੇ
ਨੱਕੇ ਮੋੜਦਾ ਸੀ ਤੇ ਸਾਰਾ ਕੁਝ ਕਰਦਾ ਸੀ, ਤੇ ਜੇ ਸੱਚੀ ਮੁੱਚੀ ਅਸੀਂ ਉਸ ਥਾਂ 'ਤੇ ਪਹੁੰਚ ਜਾਈਏ ਸਾਡਾ ਵੀ ਸਾਰਾ ਕੁਝ ਹੋ ਸਕਦਾ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਿਹੜਾ ਅਸੀਂ ਇਸ ਸੰਸਾਰ ਤੋਂ ਜਾਣਾ, ਉਹਦੇ ਵਾਸਤੇ ਜਿਹੜਾ ਖਰਚ ਇਸ ਕੰਮ ਦਾ ਬਣਨਾ, ਨਾਮ ਸਿਮਰਨ ਦਾ, ਨਾਮ ਧਨ ਜਿਸ ਜਨ ਕੈ ਪਾਲਾ ਸੋਈ ਪੂਰਾ ਸਾਹਾ। ਮੈਂ ਇਹ ਅਰਜ਼ ਕਰਕੇ ਅੱਗੇ ਲਵਾਂ। ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਮੇਰਾ ਫਿਰ ਵੀ ਇਹੋ ਜਿਹੀਆਂ ਗੱਲਾਂ ਕਰਨ ਨੂੰ ਜੀ ਕਰਦਾ ਵੀ ਇਹ ਜਿਹੜੀ ਜਗ੍ਹਾ ਹੈ ਜਿੱਥੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਦੁਆਰਾ 1934 ਵਿੱਚ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਕਰਕੇ ਤੇ ਸਾਰੇ ਸਿੱਖਾਂ ਨੂੰ ਇਕੱਠੇ ਕੀਤਾ ਸੀ। ਤੇ ਅਸੀਂ ਜਿੰਨੇ ਕੁ ਇਸ ਮੰਦਿਰ ਵਿੱਚ ਬੈਠੇ ਹਾਂ, ਅਸੀਂ ਇਹਦੇ ਵਾਸਤੇ ਜ਼ਰੂਰ ਕੁਝ ਸੋਚੀਏ ਵੀ ਜਿੰਨੇ ਕੁ ਅਸੀਂ ਬੈਠੇ ਹਾਂ ਅਸੀਂ ਤਾਂ ਨਾ ਆਪਸ ਲੜੀਏ, ਇਕੱਠੇ ਹੋ ਜਾਈਏ। ਤੇ ਇਕੱਠੇ ਹੋ ਕੇ ਇਹ ਸੋਚੀਏ ਵੀ ਸਤਿਗੁਰਾਂ ਦੀ ਉਸਤਤ, ਸਤਿਗੁਰਾਂ ਦੇ ਪਾਏ ਪੂਰਨੇ ਦੇ ਕਿਵੇਂ ਚੱਲ ਸਕਦੇ ਹਾਂ, ਇਹਦੇ ਬਾਰੇ ਸੋਚਿਆ ਜਾਵੇ। ਉਹਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਵੀ ਇੱਕ ਜਣਾ ਆਖੇ ਨਹੀਂ ਸਤਿਗੁਰਾਂ ਦੀ ਉਸਤਤ ਇਸ ਗੱਲ ਨਾਲ ਹੋ ਸਕਦੀ ਹੈ, ਇਸ ਨਾਲ ਨਹੀਂ ਹੋ ਸਕਦੀ, ਦੂਜਾ ਆਖੇ ਨਹੀਂ ਇਸ ਨਾਲ ਨਹੀਂ ਹੋ ਸਕਦੀ। ਇਸ ਤਰ੍ਹਾਂ ਉਹ ਚੀਜ਼ ਆਪਣੇ ਵਿੱਚੋਂ ਕੱਢਣੀ ਹੈ, ਉਹ ਲੜਾਈ ਨਹੀਂ ਆਪਾਂ ਕਰਨੀ। ਨੀਤੋਂ ਇਹ ਗੱਲ ਕਰਨੀ ਹੈ ਵੀ ਅਸੀਂ ਸਤਿਗੁਰਾਂ ਦੇ ਉਪਦੇਸ਼ਾਂ 'ਤੇ ਚੱਲੀਏ, ਇਸ ਜਗ੍ਹਾ ਨੂੰ ਇਸ ਢੰਗ ਤੋਂ ਵੇਖੀਏ, ਇਸ ਪੱਖ ਤੋਂ ਵੇਖੀਏ ਵੀ ਇੱਥੇ ਸਤਿਗੁਰਾਂ ਨੇ ਸਾਰਿਆਂ ਨੂੰ ਇਕੱਠੇ ਕੀਤਾ ਸੀ ਤੇ ਆਪਣੇ ਕੋਲੋਂ ਕੁਰਬਾਨੀ ਕਰਕੇ ਕੀਤਾ ਸੀ। ਜਦੋਂ ਸਤਿਗੁਰਾਂ ਨੇ ਆਖਿਆ ਸੀ ਵੀ ਤੁਸੀਂ ਆਪਣੇ ਮੂੰਹ ਨਾਲ ਅਰਦਾਸ ਕਰਨੀ, ਆਪਣੇ ਸਤਿਗੁਰਾਂ ਦੀ ਦਸਾਂ ਦੀ ਕਰੋ, ਗ੍ਰੰਥ ਸਾਹਿਬ ਨੂੰ ਗੁਰੂ ਆਖੋ, ਸਾਨੂੰ ਕੋਈ ਇਤਰਾਜ਼ ਨਹੀਂ। ਇਹ ਗੱਲਾਂ ਕਰਕੇ ਤਾਂ ਅਸੀਂ ਉਹਨਾਂ ਨੂੰ ਮੰਗਵਾਇਆ ਸੀ ਇੱਥੇ ਸਤਿਗੁਰਾਂ ਨੇ। ਸਾਨੂੰ ਵੀ ਇਹ ਸੋਚਣਾ ਚਾਹੀਦਾ ਵੀ ਅਸੀਂ ਸਤਿਗੁਰਾਂ ਦੇ ਪੂਰਨੇ ਤਾਂ ਹੀ ਚੱਲ ਸਕਦੇ ਹਾਂ, ਕਿਸੇ ਦੇ ਹੱਕ ਦੀ ਰਾਖੀ ਕਰੀਏ, ਆਪਣੇ ਹੱਕ ਦਾ ਦਾਨ ਕਰੀਏ। ਇਹ ਜੋ ਸਾਰੇ ਸੰਸਾਰ 'ਤੇ ਹੋ ਰਿਹਾ ਉਹ ਇਹਦੇ ਉਲਟ ਹੋਣ ਕਰਕੇ ਹੋ ਰਿਹਾ। ਕਿਸੇ ਦੇ ਹੱਕ 'ਤੇ ਛਾਪਾ ਮਾਰਨਾ, ਆਪਣੇ ਹੱਕ ਜਿਹੜੇ ਜਿੰਨੇ ਨਹੀਂ ਵੀ ਉਹ ਵੀ ਜਨਾਉਣੇ। ਸੋ ਸੱਚੇ ਉਪਦੇਸ਼ ਤਾਂ ਸੁਣਿਆ ਵੀ ਇੱਕ ਸਰੀਰ ਸਾਨੂੰ ਉਹਨਾਂ ਨੂੰ ਉੱਥੇ ਕੋਈ ਜਗ੍ਹਾ ਦੇ ਦਿੱਤੀ, ਉਹ ਅਧਿਕਾਰਾਂ ਤੋਂ ਵੱਧ ਵਰਤਣ ਲੱਗ ਪਏ। ਜਦੋਂ ਅਸੀਂ ਅਧਿਕਾਰਾਂ ਤੋਂ ਵੱਧ ਵਰਤਣ ਲੱਗ ਪੈਂਦੇ ਹਾਂ ਉਸ ਵੇਲੇ ਸਾਨੂੰ ਨੁਕਸਾਨ ਪਹੁੰਚਦਾ। ਸਮਝਦੇ ਇਸ ਤਰ੍ਹਾਂ ਵੀ ਅਸੀਂ ਅਧਿਕਾਰਾਂ ਤੋਂ ਵੱਧ ਵਰਤ ਕੇ ਤੇ ਅਗਲੇ ਨੂੰ ਨੁਕਸਾਨ ਪਹੁੰਚਾਈਏ, ਤੇ ਅਸਲ ਵਿੱਚ ਉਹ ਅਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹੁੰਦੇ ਹਾਂ। ਜਿੱਥੇ ਜਿੱਥੇ ਵੀ ਨਾਮਧਾਰੀ ਬੈਠੇ ਨੇ ਉਹਨਾਂ ਨੂੰ ਇਹ ਗੱਲ ਦ੍ਰਿੜਤਾ ਨਾਲ ਸੋਚ ਲੈਣੀ ਚਾਹੀਦੀ ਹੈ ਵੀ ਜਿੰਨੇ ਸਤਿਗੁਰਾਂ ਦੇ ਹੁਕਮ ਨੇ ਅਸੀਂ ਉਹਨਾਂ ਤੋਂ ਜਿੰਨੇ ਛੱਡ ਦਿਆਂਗੇ ਉਹਨਾਂ ਸਾਡਾ ਨੁਕਸਾਨ ਹੈ, ਜਿੰਨੇ ਅਸੀਂ ਮੰਨਾਂਗੇ ਉਹਨਾਂ ਸਾਡਾ ਫਾਇਦਾ ਹੈ। ਇਹ ਜਿਹੜਾ ਜਿਸ ਤਰ੍ਹਾਂ ਅਸੀਂ ਹਾਕੀ ਦੇ ਖਿਡਾਰੀ ਸਾਡੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇਹ ਹੁਕਮ ਕਰਦੇ ਸਨ, ਕਦੇ ਕਦੇ ਸਰਦਾਰ ਆਤਮਾ ਸਿੰਘ ਹੋਰੀ ਹਾਕੀ ਖੇਡਦੇ ਹੁੰਦੇ ਸਨ, ਤੇ ਸਾਨੂੰ ਸਾਡੇ ਦੇਸ਼ ਦੀ ਖਿੱਦੋ ਖੁੰਡੀ ਹੈ। ਅਸੀਂ ਤਾਂ ਇਸ ਕਰਕੇ ਉਸ ਨੂੰ ਵਧਾਇਆ, ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਦੇ ਪਏ ਹਾਂ ਕਿ ਸਕੂਲ ਦੇ ਵਿੱਚ ਇੱਕ ਛੋਟੀ ਟੀਮ ਬੱਚਿਆਂ ਦੀ ਹਾਕੀ ਦੀ, ਫੁੱਟਬਾਲ ਦੀ, ਸਭ ਕਾਸੇ ਦੀ ਤਿਆਰ ਹੋਵੇ। ਇਹਦੇ ਵਾਸਤੇ ਜੋ ਕੁਝ ਸਾਹਮਣੇ ਅੜਿੱਕੇ ਆਉਂਦੇ ਨੇ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜੇ ਮੈਂ ਗਲਤੀ ਨਾ ਕਰਦਾ ਹਾਂ ਕਿ ਸਾਡੇ ਆਪਸ ਵਿੱਚ ਮੇਲ ਘੱਟ ਹੈ। ਪੈਸਿਆਂ ਦੀ ਗੱਲ ਨਹੀਂ, ਪੈਸੇ ਸਭ ਆ ਸਕਦੇ ਨੇ, ਸਭ ਕੁਝ ਹੋ ਸਕਦਾ, ਥੋੜ੍ਹੇ ਪੈਸੇ ਨਾਲ ਕੰਮ ਚੱਲ ਸਕਦਾ, ਬਹੁਤੇ ਪੈਸੇ ਵੀ ਆ ਸਕਦੇ ਨੇ, ਪਰ ਸਾਡਾ ਆਪਸ ਵਿੱਚ ਮੇਲ ਹੋਣਾ ਚਾਹੀਦਾ। ਇੱਕ ਨੇ ਜਿਹੜੀ ਗੱਲ ਕੀਤੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਉਸ ਨੂੰ ਵੱਖਰਿਆਂ ਬਹਿ ਕੇ ਗੱਲ ਕਰ ਲਈ ਜਾਏ ਕਿ ਜੇ ਇਹ ਸੁਝਾਅ ਹੈ ਜੇ ਇਹਦੇ ਮੁਤਾਬਕ ਹੋ ਜਾਏ ਤਾਂ ਤਾਂ ਠੀਕ ਹੈ। ਉਹ ਵੀ ਅੱਗੋਂ ਕੋਸ਼ਿਸ਼ ਕਰੇ ਵੀ ਮੈਂ ਤੇਰਾ ਸੁਝਾਅ ਇੰਨਾ ਕੁ ਮੰਨ ਲੈਣਾ, ਇਸ ਤਰ੍ਹਾਂ ਦੀ ਗੱਲ ਕੀਤੀ ਜਾਵੇ। ਮੈਂ ਸਮਝਦਾ ਵੀ ਇਹ ਕੋਈ ਵੀ ਸੰਸਥਾ ਤਾਂ ਚੱਲ ਸਕਦੀ ਜੇ ਆਪਸ 'ਚ ਮੇਲ ਹੋਵੇ, ਠੀਕ ਹੋਈ, ਮਨੋਂ ਮੇਲੀ ਹੋਈ। ਅਸੀਂ ਸੱਚੇ ਪਾਤਸ਼ਾਹ ਉਪਦੇਸ਼ ਤਾਂ ਸੁਣਿਆ ਹੈ ਕਿ ਬਲਿਹਾਰੀ ਤਿੰਨਾਂ ਗੁਰਸਿੱਖਾਂ, ਇੱਕ ਭਾਈ ਗੁਰਦਾਸ ਦਾ ਵਾਰ ਦੀ ਪੌੜੀ ਸੱਚੇ ਪਾਤਸ਼ਾਹ ਪੜ੍ਹੀ ਹੈ, ਤੇ ਉਹਦੇ 'ਚ ਆਖਿਆ ਇੱਕ ਤੋਂ ਹੋਰ ਇਹ ਹੈ ਬਲਿਹਾਰੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਬਣਾਉਂਦੇ। ਉਹ ਨਾਲ ਸੱਚੇ ਪਾਤਸ਼ਾਹ ਨੇ ਇਹ ਹੁਕਮ ਦਿੱਤਾ ਵੀ ਇਉਂ ਨਹੀਂ ਵੀ ਉੱਤੋਂ ਉੱਤੋਂ ਮੇਲ ਤੇ ਥੱਲੇ ਥੱਲੇ ਉਹਦੀ ਜੜ੍ਹਾਂ ਵੱਢਣੀਆਂ, ਉਹ ਮਨ ਕਰਕੇ ਮੇਲਦੇ ਸਨ। ਉਹਨਾਂ ਦੇ ਬਲਿਹਾਰੀ ਭਾਈ ਗੁਰਦਾਸ ਨੇ ਆਪਣੇ ਆਪ ਨੂੰ ਲਿਖਿਆ ਵੀ ਮੈਂ ਉਹਨਾਂ ਦੀ ਬਲਿਹਾਰੀ ਜਾਣਾ। ਸੋ ਇਹ ਗੱਲਾਂ ਇਸ ਵੇਲੇ ਸਮੇਂ ਦੇ ਅਨੁਸਾਰ ਸਾਡੇ ਵਿੱਚ ਬਹੁਤ ਅਸਰ ਹੈ ਇਹਨਾਂ ਗੱਲਾਂ ਦਾ, ਜਿਹੜਾ ਸਾਨੂੰ ਦੂਰ ਕਰਨ ਦੀ ਲੋੜ ਹੈ। ਅਸੀਂ ਸਤਿਗੁਰਾਂ ਦੀ ਕਿਰਪਾ ਨਾਲ ਸਤਿਗੁਰਾਂ ਦੇ ਲੜ ਲੱਗੇ ਹਾਂ ਤੇ
ਬਹੁਤਿਆਂ ਨਾਲੋਂ ਅਸੀਂ ਚੰਗੇ ਹਾਂ, ਪਰ ਜਿੰਨੇ ਅਸੀਂ ਚਾਹੀਦੇ ਹਾਂ ਉਨੇ ਨਹੀਂ ਹੈਗੇ, ਉਹ ਹੋਰ ਹੋਣ ਦੀ ਕੋਸ਼ਿਸ਼ ਕਰੀਏ। ਸਾਡੇ ਵਿੱਚ ਬਹੁਤ ਖਾਮੀਆਂ ਨੇ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਜਿੰਨੀਆਂ ਤੁਹਾਡੇ ਸਾਰਿਆਂ ਵਿੱਚ ਖਾਮੀਆਂ ਨੇ ਉਹ ਤੁਹਾਡੇ ਸਾਰਿਆਂ ਨਾਲੋਂ ਮੇਰੇ 'ਚ ਇਕੱਲੇ 'ਚ ਬਹੁਤੀਆਂ ਨੇ। ਲੇਕਿਨ ਇਹਨਾਂ ਨੂੰ ਅਸੀਂ ਇਹ ਕੋਸ਼ਿਸ਼ ਕਰੀਏ ਵੀ ਅਸੀਂ ਆਪਣੇ 'ਚੋਂ ਖਾਮੀਆਂ ਸਾਡੀਆਂ ਨਿਕਲਣ, ਸਤਿਗੁਰੂ ਕਿਰਪਾ ਕਰਨ ਤੇ ਅਸੀਂ ਸਤਿਗੁਰਾਂ ਦੀ ਮਰਿਆਦਾ 'ਤੇ ਚੱਲੀਏ। ਤੇ ਉਹ ਗੱਲ ਜਿਹੜੀ ਸਤਿਗੁਰਾਂ ਨੇ ਉਪਦੇਸ਼ ਹੁਕਮ ਦਿੱਤਾ ਕਿ ਦੁਬਿਧਾ ਜਿਹੜੀ ਹੈ ਉਹ ਮੈਂ ਸਿੱਧੀ ਅਰਜ਼ ਕਰਾਂਗਾ ਜਾਂ ਸਿੱਧਾ ਆਖਾਂਗਾ ਵੀ ਨਾਮ ਧਾਰੀ ਦੁਬਿਧਾ ਨੇ ਘਰ ਕਰ ਲਿਆ। ਇਹ ਅਫਰੀਕਾ 'ਚ ਮੇਰਾ ਖਿਆਲ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੰਦਿਆਂ ਹੋਏ ਗੱਲ ਆਖੀ ਹੈ। ਤੇ ਉੱਥੇ ਕੁਝ ਬੰਦਿਆਂ ਨੇ ਜਕਾਰਾ ਬੁਲਾਇਆ, ਪਤਾ ਨਹੀਂ ਪੱਕਾ ਵੀ ਉਹ ਕਿਹੜੇ ਹੋਣਗੇ, ਮੇਰਾ ਖਿਆਲ ਉਹ ਹੋਣਗੇ ਜਿਹੜੇ ਨਾਮਧਾਰੀਆਂ ਦੇ ਬਿਨਾਂ ਹੋਣਗੇ, ਜਿਨ੍ਹਾਂ ਦੇ ਹੱਥ 'ਚ ਗੱਲ ਗਈ ਹੋਵੇਗੀ। ਤੇ ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਵੀ ਇਹ ਸਤਿਗੁਰਾਂ ਦੇ ਹੁਕਮ ਨੇ, ਸਤਿਗੁਰਾਂ ਦੀ ਯਾਦ ਵਿੱਚ ਅਸੀਂ ਸਾਰਾ ਕੁਝ ਕਰ ਰਹੇ ਹਾਂ। ਤੇ ਇਹਦੇ ਵਿੱਚ ਵੱਧ ਤੋਂ ਵੱਧ ਸਾਨੂੰ ਹਿੱਸਾ ਪਾਉਣਾ ਚਾਹੀਦਾ। ਇਸ ਹਿੱਸਾ ਪੈਣ 'ਚ ਬਹੁਤ ਸਾਰੇ ਅੜਚਨਾਂ ਆ ਸਕਦੀਆਂ ਨੇ, ਉਹਨਾਂ ਨੂੰ ਅਗਾਂਹ ਲੰਘਦਿਆਂ ਹੋਇਆਂ ਅਸੀਂ ਸਤਿਗੁਰਾਂ ਵਾਲੇ ਪਾਸੇ ਨੂੰ ਵਧੀਏ। ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਬੱਚਿਆਂ ਨੇ ਸਰਦਾਰ ਨਿਰਮਲ ਸਿੰਘ ਹੋਰਾਂ ਨੇ ਸ਼ੁਰੂ ਤੋਂ ਇਹ ਕੰਮ ਕੀਤਾ ਤੇ ਉਹਨਾਂ ਬਾਰੇ ਬਹੁਤ ਘੱਟ ਚਰਚਾ ਹੋਈ ਹੈ, ਪਰ ਕੰਮ ਜੋ ਕੁਝ ਕੀਤਾ, ਜੋ ਸਿਲੇਬਸ ਬਣਾਏ ਨੇ, ਪੁੰਜੇ ਬਹਿ ਕੇ ਬੱਚਿਆਂ ਨੇ ਪੜ੍ਹਨਾ ਹੈ ਜਾਂ ਬੱਚਿਆਂ ਨੇ ਜੋੜੇ ਲਾ ਕੇ ਅੰਦਰ ਜਾਣਾ ਹੈ, ਸਾਰਾ ਕੁਝ ਇਹ ਉਹਨਾਂ ਨੇ ਕੀਤਾ, ਨਿਰਮਲ ਸਿੰਘ ਹੋਰਾਂ ਨੇ ਸ਼ੁਰੂ ਕੀਤਾ। ਜਿਹੜਾ ਮੇਰਾ ਖਿਆਲ ਹੈ ਕੁਆਲੀਫਿਕੇਸ਼ਨ ਸਕੂਲ ਬਾਰੇ ਨਿਰਮਲ ਸਿੰਘ ਹੋਰਾਂ ਦੀ ਵੀ ਕੋਈ ਨਹੀਂ ਹੋਣੀ। ਤੁਸੀਂ ਹੋਰ ਗੱਲ ਛੱਡ ਦਿਓ, ਜਿਹਨੇ ਭਾਖੜਾ ਡੈਮ ਬਣਾਇਆ, ਸਲੋਕਮ ਜਾਂ ਕੋਈ ਐਸਾ ਨਾਂ ਸੀ ਜਿਹੜਾ ਇੰਜੀਨੀਅਰ ਸੀ, ਉਹ ਵੀ ਅਨਕੁਆਲੀਫਾਈਡ ਸੀ। ਉਹਦਾ ਜਿਹੜਾ ਅਸਿਸਟੈਂਟ ਸੀ ਦੱਸਦੇ ਨੇ ਅਮਰੀਕਨ, ਉਹ ਵੀ ਅਨਕੁਆਲੀਫਾਈਡ ਸੀ। ਕੰਮ ਵੇਖੋ, ਇੱਕ ਵਾਰਾਂ ਦੀ ਗੱਲ ਹੈ, ਸਰਦਾਰ ਪ੍ਰਤਾਪ ਸਿੰਘ ਕੈਰੋਂ ਵੇਲੇ ਦੀ ਗੱਲ, ਇੱਕ ਸਰਦਾਰ ਮੈਨੂੰ ਉਹਦਾ ਨਾਂ ਨਹੀਂ ਯਾਦ, ਉਹਦੀ ਗੋਤ ਮਾਣਾ ਕਰਕੇ ਉਹਨਾਂ ਦੇ ਸਨ। ਉਹ MRCVS ਉਹ ਹੁੰਦੇ ਸਨ ਜਿਹੜੇ ਵਿਲਾਇਤ ਦੀ ਡਿਗਰੀ ਕਰਦੇ ਸਨ, ਡੰਗਰ ਡਾਕਟਰ। ਉਹ MRCVS ਸੀ ਤੇ ਸਰਦਾਰ ਪ੍ਰਤਾਪ ਸਿੰਘ ਦੀ ਕੋਠੀ ਗਿਆ ਤੇ ਉੱਥੇ ਇੱਕ ਕੁੱਤਾ ਸੀ। ਉਹਨੂੰ ਵੇਖ ਕੇ ਉਹਨੇ ਆਖਿਆ, ਇਹ ਜਿਹੜਾ ਤੁਹਾਡਾ ਸਪੈਨਿਸ਼ ਡਾਗ ਹੈ ਨਾ, ਇਹ ਬਹੁਤ ਵਧੀਆ। ਉਹਨੇ ਆਖਿਆ ਤੈਨੂੰ ਡਿਗਰੀ ਕੀ ਕੀਤੀ? ਉਹਨੇ ਆਖਿਆ ਮੈਂ MRCVS ਹਾਂ। ਉਹਨੇ ਆਖਿਆ ਮੇਰੀ ਕੋਠੀ 'ਚ ਬਾਹਰ ਨਿਕਲ ਜਾ ਇਸੇ ਵੇਲੇ। ਕੀ ਗੱਲ? ਆਂਦਾ ਤੇ ਮੈਂ ਕੁੱਤਾ ਗੱਡੀਆਂ ਕੋਲ ਲਿਆਂਦਾ, ਦੇਸੀ ਕੁੱਤਾ, ਤੇ ਤੂੰ ਸਪੈਨਿਸ਼ ਡਾਗ ਦੱਸਣ ਡਿਆ MRCVS ਹੋ ਕੇ। ਮਤਲਬ ਡਿਗਰੀਆਂ ਤੇ ਨਾ ਡਿਗਰੀਆਂ ਦੇ ਕੰਮ ਦਾ, ਡਿਗਰੀ ਵਾਲਾ ਵੀ ਕੰਮ ਕਰ ਸਕਦਾ ਤੇ ਨਹੀਂ ਡਿਗਰੀ ਵਾਲਾ ਵੀ ਕੰਮ ਕਰ ਸਕਦਾ। ਸੋ ਤੁਸੀਂ ਤਗੜੇ ਹੋ ਕੇ ਇਸ ਪਾਸੇ ਲੱਗੋ। ਇਹ ਨਾਮ ਸਿਮਰਨ ਵਾਲੇ ਪਾਸੇ ਸਤਿਗੁਰਾਂ ਸਾਨੂੰ ਲਾਇਆ, ਉਹਦੇ ਵਾਸਤੇ ਲਿਖਿਆ ਹੈ ਕਿ ਜੋ ਪ੍ਰਾਣੀ ਗੋਬਿੰਦ ਧਿਆਵੈ। ਹੁਣ ਜਿਹੜਾ ਪੜ੍ਹਿਆ ਨਹੀਂ ਉਹ ਤੇ ਫਿਰ ਉਹਦੀ ਗਤੀ ਨਹੀਂ ਨਾ ਹੋਣੀ, ਪਰ ਸਤਿਗੁਰਾਂ ਨੇ ਉਹਦੀ ਗਤੀ ਕੀਤੀ ਹੈ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਮੈਂ ਇਹ ਕਰਕੇ ਅੱਗੇ ਲਾਉਂਗਾ।